ਬੇਅੰਤ ਕਿਰਪਾਲਤਾ ਦੇ ਸਦਕਾ ਆਪ ਸਰਬੱਤ ਸੰਗਤਾਂ ਦਿਨ ਦੇ ਚੌਥੇ ਪਹਿਰ ਦੇ ਦੀਵਾਨਾਂ ਵਿੱਚ ਸੱਜ ਬੈਠੇ ਹੋ। ਜਿਸ ਤਰ੍ਹਾਂ ਬਚਨ ਆਉਂਦਾ ਹੈ, ਜਿਹੇ ਨਾਮ ਉਚਾਰਤ ਦੁਖ ਮਿਟੈ, ਸੁਖ ਸੰਪਤ ਹੋਏ ਸਦਾ ਗ੍ਰਹਿ ਵਾਸੀ। ਹਜੂਰ ਦਾ ਨਾਮ ਉਚਾਰਨ ਮਾਤਰ ਸੇ ਹੀ ਹਿਰਦੇ ਦੇ ਵਿੱਚ ਠੰਡ ਪੈ ਜਾਂਦੀ ਹੈ। ਘਰ ਦੇ ਵਿੱਚ ਸ਼ੁਭ ਗੁਣਾਂ ਦੀ ਸੰਪਦਾ ਆ ਵਸਦੀ ਹੈ। ਕਾਮ ਕ੍ਰੋਧ ਆਦਿਕ ਭੱਜ ਜਾਂਦੇ ਹਨ। ਸਬਰ ਸੰਤੋਖ ਦਇਆ ਧਰਮ ਗਿਆਨ ਆਦਿਕ ਹਿਰਦੇ ਦੇ ਵਿੱਚ ਭਾਰੀ ਸੰਪਰਤਾ ਉਗ ਪੈਂਦੀ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਫਰਮਾਉਂਦੇ ਹਨ, ਧਰਤ ਧਿਆਨ ਸਤਿਗੁਰ ਦੁਖ ਮਿਟੈ। ਇਹ ਤਾਂ ਖਾਲਸਾ ਜੀ ਹਜੂਰ ਦੇ ਧਿਆਨ ਧਰਨ ਮਾਤਰ ਸੇ ਹੀ, ਇੱਕ ਮਾਤਰ ਭਾਵ ਨਾਮ ਉਚਾਰਨ ਸੇ ਹੀ ਦੁੱਖ ਟੁੱਟ ਜਾਂਦੇ ਹਨ। ਗੁਰ ਕੇ ਧਿਆਨ ਕਰ ਅਪਦਾ ਕਟੈ। ਜੇ ਹਜੂਰ ਦੀ ਖਾਲਸਾ ਜੀ ਧਿਆਨ ਧਾਰਿਆ ਜਾਵੇ ਤਾਂ ਆਉਣ ਵਾਲੀਆਂ ਮੁਸ਼ਕਲਾਂ ਵੀ ਟਲ ਜਾਂਦੀਆਂ ਹਨ। ਗੁਰ ਕਾ ਚਰਨ ਪੁਨਹ ਕਰ ਦਰਸਤ। ਜੇ ਵੱਡੇ ਪੁੰਨ ਕੀਤੇ ਹੋਣ ਤੇ ਖਾਲਸਾ ਜੀ ਜੇ ਆਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਚਾਹੁਣ ਤਾਂ ਹੀ ਸਤ ਸੰਗਤ ਵਿੱਚ ਆ ਕੇ ਬੈਠਿਆ ਜਾਂਦਾ ਹੈ। ਅਤੇ ਖਾਲਸਾ ਜੀ ਵੱਡੇ ਭਾਗ ਹਨ। ਹਜੂਰ ਨੇ ਸਾਡੇ ਗਰੀਬਾਂ ਬਾਬਤ ਸੋਚਿਆ ਹੈ ਕਿ ਇਹ ਸਤ ਸੰਗਤ ਵਿੱਚ ਆ ਕੇ ਬੈਠਣ, ਤੇ ਜਿੰਦੇ ਬਾਬਤ ਹਜੂਰ ਸੋਚ ਲੈਣ ਉਹ ਕਿਉਂ ਨਾ ਇਸ ਸੰਸਾਰ ਤੋਂ ਤਰੇਗਾ। ਹਜੂਰ ਕਹਿੰਦੇ ਹਨ, ਗੁਰ ਕੈ ਚਰਨ ਪੁਨਹ ਜਨ ਪਰਸਤ। ਵੱਡੇ ਪੁੰਨ ਹਨ ਜੇ ਹਜੂਰ ਦੇ ਅੱਗੇ ਕਰ ਡੰਡੌਤ, ਪੁੰਨ ਵੱਡਾ ਹੈ। ਮਹਾਰਾਜ ਜੀਆਂ ਅੱਗੇ ਮਸਤਕ ਟੇਕਣ ਨਾਲ ਵੀ ਅਤੇ ਖਾਲਸਾ ਜੀ ਵੱਡਾ ਪੁੰਨ ਮਿਲਦਾ ਹੈ। ਗੁਰ ਕੇ ਚਰਨ ਸ਼ਰਨ ਵੱਡ ਆਸਰ, ਸਤਿਗੁਰ ਚਰਨ ਬੋਹਿਥ ਰਤਨਾਗਰ। ਗੁਰ ਕੋ ਨਾਮ ਚਰਨ ਜੇ ਜਾਪਤ, ਹਰ ਪਦ ਹਰ ਜਨ ਕੋ ਨਿਤ ਪ੍ਰਾਪਤ। ਭਾਵ ਜੇ ਨਾਮ ਹਿਰਦੇ ਵਿੱਚ ਹੀ ਵਸ ਜਾਵੇ ਉਸ ਦੇ ਤਾਂ ਕਹਿਣੇ ਹੀ ਅਲੱਗ ਹਨ। ਹਰੀ ਦੀ ਪਦਵੀ ਭਾਰ ਆਪ ਹਰੀ ਬਣ ਜਾਂਦਾ ਹੈ। ਨਾਮੀ ਨਾਮ ਵਿੱਚ ਹੀ ਭੇਦ ਹੋ ਜਾਂਦਾ ਹੈ। ਆਓ ਖਾਲਸਾ ਜੀ ਜਿਸ ਤਰ੍ਹਾਂ ਬਚਨ ਆਉਂਦੇ ਹਨ, ਕੁਰਬਾਨੀ ਤਿੰਨਾ ਗੁਰ ਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ। ਜਿਸ ਤਰ੍ਹਾਂ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਹਜੂਰ ਦੀ ਅੰਮ੍ਰਿਤ ਗੁਰਬਾਣੀ ਦੀ ਲੜੀਵਾਰ ਕਥਾ ਹਜੂਰ ਦੀ ਕਿਰਪਾ ਨਾਲ ਆਰੰਭ ਹੋਈ ਸੀ। ਐਸੀ ਹਜੂਰ ਦੀ ਬਾਣੀ ਹੈ ਜੋ ਖਾਲਸਾ ਜੀ ਪੱਥਰ ਦਿਲਾਂ ਤੇ ਵੀ ਅਸਰ ਕਰਦੀ ਹੈ। ਮਹਾਰਾਜ ਜੀਆਂ ਦੇ ਬਰਾਗਮਈ ਉਪਦੇਸ਼ ਅਤੇ ਖਾਲਸਾ ਜੀ ਜਿਸ ਤਰ੍ਹਾਂ ਹਜੂਰ ਦੇ ਬਚਨ ਹਨ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਹਾ। ਐਸਾ ਪੰਥ ਬਾਜਾਂ ਵਾਲੇ ਪਿਤਾ ਜੀਆਂ ਨੇ ਪ੍ਰਗਟ ਕਰ ਦਿੱਤਾ ਹੈ ਕਿ ਘਰ ਘਰ ਵਿੱਚ ਹੀ ਗੁਰਦੁਆਰਾ ਹੈ। ਅਤੇ ਜਿੱਥੇ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਉੱਠ ਕੇ ਨਿਤਨੇਮ ਕਰਕੇ ਜਦੋਂ ਜਦੋਂ ਕਿਸੇ ਗੁਰਸਿੱਖ ਦਾ ਸਮਾਂ ਲੱਗਦਾ ਹੈ ਹਜੂਰ ਦੇ ਦਰਸ਼ਨ ਕਰਨ ਆਉਂਦੀਆਂ ਹਨ। ਵਿਸ਼ੋਹੇ ਦਾ ਅਰਥ ਹੁੰਦਾ ਹੈ ਜਿਸ ਤਰ੍ਹਾਂ ਵਿਸਾਖੀ ਦਾ ਪੁਰਬ ਲੱਗ ਜਾਂਦਾ ਹੈ, ਇਸ ਤਰ੍ਹਾਂ ਗੁਰਸਿੱਖ ਨਿਤਾ ਪ੍ਰਤੀ ਪ੍ਰੇਮ ਨਾਲ ਲਾ ਕੇ ਹਜੂਰ ਦੇ ਦਰਸ਼ਨ ਕਰਦੇ ਹਨ। ਆਓ ਜਿਸ ਤਰ੍ਹਾਂ ਖਾਲਸਾ ਜੀ ਹਜੂਰ ਦੇ ਚਰਨਾਂ ਦਾ ਧਰੀਏ ਧਿਆਨ। ਸ਼ਬਦ ਮਹਾਰਾਜ ਜੀਆਂ ਦਾ ਸੋਰਠ ਰਾਗ ਵਿੱਚ ਜਿਸ ਤਰ੍ਹਾਂ ਅੱਗੇ ਆਵੇਗਾ। ਕੱਲ ਆਪ ਜੀਆਂ ਨੇ ਬਿਹਾਗੜਾ ਰਾਗ ਵਿੱਚ ਹਜੂਰ ਦੀ ਕਥਾ ਸ਼ਰਵਣ ਕੀਤੀ ਸੀ ਕਿ ਹਰ ਕੀ ਗਤ ਨਹਿ ਕੋ ਜਾਣੈ। ਭਾਵ ਕਿ ਅਕਾਲ ਪੁਰਖ ਵਾਹਿਗੁਰੂ ਦੀ ਗਤੀ ਉਸਨੇ ਕੀ ਕਰ ਦੇਣਾ ਹੈ ਇਹ ਕੋਈ ਨਹੀਂ ਜਾਣਦਾ। ਆਓ ਜਿਸ ਤਰ੍ਹਾਂ ਅੱਗੇ ਹਜੂਰ ਪ੍ਰੇਮ ਦਾ ਉਪਦੇਸ਼ ਬਖਸ਼ਦੇ ਹਨ, ਹਜੂਰ ਦੇ ਚਰਣਾ ਕਮਲਾਂ ਦਾ ਧਰੀਏ ਧਿਆਨ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਸੋਰਠ ਮਹੱਲਾ ਨਾਵਾ। ਸੋਰਠ ਰਾਗ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ 7ਵੇਂ ਨੰਬਰ ਤੇ ਆਉਂਦਾ ਹੈ ਅਤੇ ਜੋ ਰਾਤਰੀ ਦੇ ਦੂਜੇ ਪਹਿਰ ਵਿੱਚ ਗਾਇਆ ਜਾਂਦਾ ਹੈ। ਅਤੇ ਮਹੱਲਾ ਨਾਵਾ। ਨਾਵੇਂ ਪਾਤਸ਼ਾਹ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੇਰ ਦੇ ਘਰ ਵਿੱਚ ਆਏ ਹਨ
ਹਜੂਰ ਨੇ ਸਾਡੇ ਬਾਬਤ ਸੋਚਿਆ ਹੈ, ਗਰੀਬਾਂ ਬਾਬਤ। ਹਜੂਰ ਸਾਡੇ ਤੇ ਅੰਮ੍ਰਿਤ ਗੁਰਬਾਣੀ ਦੀ ਵਰਖਾ ਕਰਨ ਲੱਗੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ, ਜੋ ਪ੍ਰਮਾਤਮਾ ਇੱਕ ਹੈ, ਸਤ ਗੁਰਾਂ ਦੀ ਕਿਰਪਾ ਦੇ ਨਾਲ ਜਿਸ ਦੀ ਪ੍ਰਾਪਤੀ ਹੁੰਦੀ ਹੈ, ਜੋ ਸਤ ਚਿੱਤ ਆਨੰਦ ਸਰੂਪ ਹੈ, ਅਤੇ ਖਾਲਸਾ ਜੀ ਜੋ ਕਣ ਕਣ ਵਿੱਚ ਰਮਿਆ ਹੋਇਆ ਹੈ। ਰੇ ਮਨ RAM ਸਿਉ ਕਰ ਪ੍ਰੀਤ। ਅਤੇ ਖਾਲਸਾ ਜੀ ਇਸ ਸ਼ਬਦ ਦੀ ਉਥਾਨਕਾ ਆਉਂਦੀ ਹੈ ਜਿਸ ਸਮੇਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪੂਰਬ ਦੀ ਦਿਸ਼ਾ ਨੂੰ ਪਿਆਨਾ ਕਰਦੇ ਹਨ। ਜਿਸ ਤਰ੍ਹਾਂ ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ, ਮੁਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਬੇਣੀ ਭਏ, ਪੁੰਨ ਦਾਨ ਦਿਨ ਕਰਤ ਬਤਏ। ਅਤੇ ਖਾਲਸਾ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਪੂਰਬ ਦੀ ਸੰਗਤ ਦੀ ਹਿਰਦੇ ਦਾ ਪਿਆਰ ਦੇਖ ਕੇ ਹਜੂਰ ਨੇ ਉਧਰ ਨੂੰ ਪਿਆਨਾ ਕੀਤਾ ਹੈ। ਅਤੇ ਖਾਲਸਾ ਜੀ ਜਿਸ ਸਮੇਂ ਹਜੂਰ ਤ੍ਰਿਬੇਣੀ ਦੇ ਅਸਥਾਨ ਤੇ ਪਹੁੰਚਦੇ ਹਨ, ਜਿਸ ਜਗ੍ਹਾ ਤੇ ਗੰਗਾ ਜਮਨਾ ਸਰਸਵਤੀ ਇਹ ਤਿੰਨ ਨਦੀਆਂ ਮਿਲਦੀਆਂ ਹਨ, ਪ੍ਰਾਇ ਰਾਗ ਦੀ ਧਰਤੀ, ਜਿੱਥੇ ਬਹੁਤ ਹੀ ਸਾਧੂ ਮਹਾਤਮਾ ਆ ਕੇ ਭਜਨ ਬੰਦਗੀ ਪੁਰਬ ਲੱਗਦੇ ਹਨ, ਜਿਸ ਜਗ੍ਹਾ ਤੇ ਵੱਡੇ ਵੱਡੇ ਹਜੂਰ ਉਸ ਅਸਥਾਨ ਤੇ ਪਹੁੰਚੇ ਹਨ। ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਬੇਣੀ ਭਏ, ਪੁੰਨ ਦਾਨ ਦਿਨ ਕਰਤ ਬਤਏ। ਇਸ ਜਗ੍ਹਾ ਤੇ ਹਜੂਰ ਨੇ ਇੰਨਾ ਪੁੰਨ ਦਾਨ ਕੀਤਾ ਕਿ ਗਰੀਬਾਂ ਦੀ ਗਰੀਬੀ ਰੋੜ ਦਿੱਤੀ ਹਜੂਰ ਨੇ। ਅਤੇ ਖਾਲਸਾ ਜੀ ਜੋ ਸਾਧੂ ਮਹਾਤਮਾ ਹਨ, ਜੋ ਮਨ ਨੂੰ ਸਾਧਣ ਦੇ ਰਸਤੇ ਉੱਤੇ ਤੁਰੇ ਹੋਏ ਹਨ, ਅਤੇ ਜਿਨ੍ਹਾਂ ਨੂੰ ਖਾਲਸਾ ਜੀ ਬੰਦਗੀ ਦੀ ਅੰਦਰ ਤਾਂਗ ਲੱਗਦੀ ਹੈ, ਉਹ ਹਜੂਰ ਦੇ ਪਾਸ ਆ ਕੇ ਜਦੋਂ ਹੁਣ ਜਿਸ ਸਮੇਂ ਹਜੂਰ ਅੱਗੇ ਬੇਨਤੀ ਕਰਦੇ ਹਨ, ਕਿਉਂਕਿ ਖਾਲਸਾ ਜੀ ਜੋ ਰਾਮਚੰਦਰ ਜੀਆਂ ਦੇ ਉਪਾਸਕ ਸਨ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਵਿੱਚੋਂ ਉਹਨਾਂ ਨੂੰ ਸ੍ਰੀ ਰਾਮਚੰਦਰ ਜੀਆਂ ਦੇ ਦਰਸ਼ਨ ਹੋਣ ਲੱਗੇ। ਜੋ ਕ੍ਰਿਸ਼ਨ ਜੀਆਂ ਦੇ ਉਪਾਸਕ ਸਨ, ਉਹਨਾਂ ਨੂੰ ਸ੍ਰੀ ਕ੍ਰਿਸ਼ਨ ਜੀਆਂ ਦੇ ਦਰਸ਼ਨ ਹੋਣ ਲੱਗੇ। ਅਤੇ ਜਿੰਦਾ ਜਿੰਦਾ ਕੋਈ ਇਸ਼ਟ ਦੇਵ ਸੀ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਵਿੱਚੋਂ ਉਹਨਾਂ ਨੂੰ ਉਹਨਾਂ ਦੇ ਇਸ਼ਟ ਦੇ ਦਰਸ਼ਨ ਹੋਣ ਲੱਗੇ। ਇਥੋਂ ਤੀਕਰ ਕਿ ਗੁਰਸਿੱਖਾਂ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਹੋਣ ਲੱਗੇ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਵਿੱਚੋਂ। ਅਤੇ ਖਾਲਸਾ ਜੀ ਜੋ ਵਾਹਿਗੁਰੂ ਦੇ ਨਾਮ ਦੇ ਚਾਹਕ ਸਨ, ਜੋ ਆਸ਼ਿਕ ਸਨ ਮਹਾਰਾਜ ਜੀਆਂ ਦੇ ਚਰਨਾਂ ਦੇ, ਜੋ ਜੀਵਨ ਨੂੰ ਸਫਲ ਕਰਨਾ ਚਾਹੁੰਦੇ ਸਨ, ਹਜੂਰ ਨੂੰ ਆ ਕੇ ਪੁੱਛਦੇ ਹਨ, ਹਜੂਰ ਨੂੰ ਜੋ ਜੋਗੀ ਜਤੀ ਤਪੀ ਆਦਿਕ, ਹਜੂਰ ਕੋਈ ਰਸਤਾ ਦੱਸੋ। ਇੰਨੇ ਸੰਸਾਰ ਵਿੱਚ ਅਸੀਂ ਰਸਤੇ ਜੋ ਅਪਣਾਏ ਹਨ, ਮਹਾਰਾਜ ਜੀਆਂ ਨੂੰ ਮਿਲਣ ਦਾ ਸਭ ਤੋਂ ਜੋ ਪ੍ਰਮੁੱਖ ਸਾਧਨ ਹੈ, ਜੋ ਰਾਜਾ ਰੂਪ ਸਾਧਨ ਹੈ, ਹਜੂਰ ਕਿਰਪਾ ਕਰੋ ਉੱਤਮ ਸਾਧਨ ਕਿਹੜਾ ਹੈ। ਅਤੇ ਖਾਲਸਾ ਜੀ ਮਹਾਰਾਜ ਜੀਆਂ ਨੂੰ ਜਦੋਂ ਇਹ ਮਹਾਰਾਜ ਜੀਆਂ ਅੱਗੇ ਅਰਦਾਸ ਕਰਦੇ ਹਨ ਮਹਾਤਮਾ, ਹਜੂਰ ਫਰਮਾਉਂਦੇ ਹਨ, ਰੇ ਮਨ ਰੇ ਮਨ RAM ਸਿਉ ਕਰ ਪ੍ਰੀਤ। ਹਜੂਰ ਕਹਿੰਦੇ ਹਨ, ਹੇ ਸਾਧੂ ਮਹਾਤਮੋ, ਜੋ RAM ਅਕਾਲ ਪੁਰਖ ਵਾਹਿਗੁਰੂ ਹੈ ਅਤੇ ਖਾਲਸਾ ਜੀ ਜੋ ਰੋਮ ਰੋਮ ਵਿੱਚ ਵਸ ਰਿਹਾ ਹੈ, ਉਸ ਨਾਲ ਪ੍ਰੀਤ ਕਰਨਾ ਕਰੋ, ਕਿਉਂਕਿ ਪ੍ਰੇਮ ਹੀ ਸਾਰੇ ਸਾਧਨਾ ਦਾ ਰਾਜਾ ਰੂਪ ਸਾਧਨ ਹੈ। ਇਸੇ ਤਰ੍ਹਾਂ ਹੀ ਰੇ ਮਨ RAM ਸਿਉ ਕਰ ਪ੍ਰੀਤ। ਅਤੇ ਖਾਲਸਾ ਜੀ ਮਾਨੋ ਕਿ ਹਜੂਰ ਸਿੱਧਾ ਮਨ ਨੂੰ ਹੀ ਸੰਬੋਧਨ ਹੋ ਰਹੇ ਹਨ। ਜਿਸ ਤਰ੍ਹਾਂ ਹਜੂਰ ਉੱਤਮ ਭਗਤੇ ਹਨ, ਹਜੂਰ ਕਹਿੰਦੇ ਹਨ, ਹੇ ਮਨਾ, RAM ਨਾਲ ਪ੍ਰੇਮ ਕਰਿਆ ਕਰ, ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਸ ਦੇ ਚਰਨਾਂ ਦਾ ਜਾਪ ਕਰਿਆ ਕਰ। ਅਤੇ ਖਾਲਸਾ ਜੀ ਫਿਰ ਸਾਧੂ ਪੁੱਛਦੇ ਹਨ, ਹਜੂਰ ਤੁਸੀਂ ਜਿਵੇਂ ਦੱਸਦੇ ਹੋ ਕਿ ਉਸ ਦਾ ਕੋਈ ਚੱਕਰ ਚਿਹਨ ਵਰਨ ਜਾਤ ਪਾਤ ਕੁਝ ਨਹੀਂ ਹੈ, ਹਜੂਰ ਜੋ ਦਿਖਾਈ ਨਹੀਂ ਦਿੰਦਾ ਉਸ ਨਾਲ ਕਿਸ ਤਰ੍ਹਾਂ ਪ੍ਰੀਤ ਕੀਤੀ ਜਾ ਸਕਦੀ ਹੈ। ਹਜੂਰ ਖਾਲਸਾ ਜੀ ਫਿਰ ਦੱਸ ਰਹੇ ਹਨ, ਸ਼੍ਰਵਣ ਗੋਬਿੰਦ ਗੁਣ ਸੁਣੋ। ਇਹ ਗੁਰ ਸਿੱਖੋ, ਸ਼੍ਰਵਣ ਭਾਵ ਆਪਣੇ ਕੰਨਾਂ ਨਾਲ ਗੋਬਿੰਦ
ਭਾਵ ਗੋ ਨਾਮ ਪ੍ਰਿਥਵੀ ਦਾ ਤੇ ਬਿੰਦ ਜੋ ਪਾਲਣਾ ਕਰਨ ਵਾਲਾ ਹੈ। ਗੋ ਜੋ ਇੰਦਰੀਆਂ ਦਾ ਪ੍ਰਕਾਸ਼ਕ ਹੈ, ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਸ ਦੇ ਤੁਸੀਂ ਗੁਣ ਸੁਣਨਾ ਕਰੋ। ਅਰ ਗਾਓ ਰਸਨਾ ਗੀਤ। ਜਦੋਂ ਰਸਨਾ ਨਾਲ ਭਾਵ ਕੰਨਾਂ ਨਾਲ ਉਸ ਦੇ ਗੁਣ ਸੁਣੋਗੇ ਅਤੇ ਰਸਨਾ ਨਾਲ ਉਸ ਦੇ ਗੁਣ ਫਿਰ ਗਾਵੋਗੇ। ਆਰੰਭ ਤੋਂ ਹੀ ਰੇ ਮਨ RAM ਸਿਉ ਕਰ ਪ੍ਰੀਤ। ਮਹਾਰਾਜ ਜੀ, ਸਾਡੀ ਪ੍ਰੀਤ ਨਹੀਂ ਲੱਗਦੀ, ਕਿਉਂਕਿ ਸਾਨੂੰ ਤਾਂ ਦਿਖਦੇ ਹੀ ਨਹੀਂ ਹਜੂਰ। ਤੁਸੀਂ ਕਹਿੰਦੇ ਹੋ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਮਹਾਰਾਜ ਜੀ, ਗੁਰਸਿੱਖ ਤਾਂ ਸਾਨੂੰ ਕਈ ਵਾਰ ਆਪਣੇ ਦੁਸ਼ਮਣ ਵੀ ਲੱਗਦੇ ਹਨ। ਹਜੂਰ, ਅਸੀਂ ਇੰਨੀ ਉਹਨਾਂ ਦੀ ਨਿੰਦਿਆ ਕਰਦੇ ਹਾਂ। ਹਜੂਰ ਕਹਿੰਦੇ ਹਨ ਕਿ ਤੂੰ ਦੇਖ ਇਹ ਕੀ ਗੱਲ ਹੈ, ਕਿਉਂਕਿ ਤੂੰ ਕਈਆਂ ਨੂੰ ਆਪਦੇ ਸਮਝਦਾ ਹੈ। ਜਿਸ ਤਰ੍ਹਾਂ ਪਿੱਛੇ ਹਜੂਰ ਦੇ ਬਚਨ ਆ ਰਹੇ ਸੀ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੈ, ਕਿਆ ਦਾਰਾ ਕਿਆ ਮੀਤ। ਹਜੂਰ ਕਹਿੰਦੇ ਹਨ ਇਹ ਜੋ ਜਗਤ ਦੀਆਂ ਪ੍ਰੀਤੀਆਂ ਹੋਇਆ ਕਰਦੀਆਂ ਹਨ, ਸਭ ਝੂਠੀਆਂ ਹੋਇਆ ਕਰਦੀਆਂ ਹਨ। ਤੈਨੂੰ ਕੀ ਲੱਗਦਾ ਸਾਰੇ ਤੈਨੂੰ ਪਿਆਰ ਕਰਦੇ ਹਨ? ਸਭ ਆਪੋ ਆਪਣੇ ਸੁੱਖਾਂ ਨਾਲ ਲੱਗੇ ਤੈਨੂੰ ਪ੍ਰੇਮ ਕਰਦੇ ਹਨ, ਤੈਨੂੰ ਕੋਈ ਪ੍ਰੇਮ ਨਹੀਂ ਕਰਦਾ। ਅਤੇ ਕਹਿੰਦੇ ਹਨ ਰੇ ਮਨ, ਸਿੱਧਾ ਹੀ ਹਜੂਰ ਮਨ ਨੂੰ ਸੰਬੋਧਨ ਹੋ ਕੇ ਕਹਿ ਰਹੇ ਹਨ ਕਿ ਸੱਜਾ ਖਾਲਸਾ ਜੀ, ਜੋ ਪ੍ਰੇਮ ਵਾਲੇ ਗੁਰਸਿੱਖ ਹੁੰਦੇ ਹਨ, ਜੋ ਇਹ ਮਨ ਵਾਲੇ ਉਪਦੇਸ਼, ਉਹ ਸਿੱਧਾ ਹੀ ਆਪਣੇ ਮਨ ਤੇ ਹੀ ਗ੍ਰਹਿਣ ਕਰਦੇ ਜਾਂਦੇ ਹਨ ਕਿ ਦੇਖ ਮਣਾ ਹਜੂਰ ਕੀ ਕਹਿ ਰਹੇ ਹਨ। ਅਤੇ ਖਾਲਸਾ ਜੀ ਨਾਲ ਨਾਲ ਆਪਣੇ ਜੀਵਨ ਤੇ ਟਿਕਾਉਂਦੇ ਹਨ, ਦੇਖਦੇ ਹਨ ਕਿ ਗੱਲ ਤਾਂ ਇਸੇ ਤਰ੍ਹਾਂ ਹੀ ਹੈ, ਮੈਂ ਵੀ ਇਸੇ ਚੱਕਰਾਂ 'ਚ ਹੀ ਫਸਿਆ ਹੋਇਆ ਹਾਂ। ਅਤੇ ਖਾਲਸਾ ਜੀ ਹਜੂਰ ਜਿਸ ਤਰ੍ਹਾਂ ਫਰਮਾ ਰਹੇ ਹਨ, ਰੇ ਮਨ RAM ਸਿਉ ਕਰ ਪ੍ਰੀਤ। ਮਹਾਰਾਜ ਜੀ ਫਰਮਾ ਰਹੇ ਹਨ, ਰੇ ਮੇਰੇ ਮਨਾ, ਉਸ ਅਕਾਲ ਪੁਰਖ ਵਾਹਿਗੁਰੂ ਨਾਲ ਪ੍ਰੀਤ ਕਰਿਆ ਕਰ। ਅਤੇ ਖਾਲਸਾ ਜੀ ਜਿਸ ਤਰ੍ਹਾਂ ਬਚਨ ਆਉਂਦੇ ਹਨ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਨਣਾ ਗੁਰ ਨਾਉ, ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ, ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ। ਬਹੁਤ ਵਿਰਲੇ ਹਨ, ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ, ਜੋ ਇਹ ਹਜੂਰ ਦਾ ਉਪਦੇਸ਼ ਕਮਾਉਂਦੇ ਹਨ। ਖਾਲਸਾ ਜੀ ਜਦੋਂ ਪ੍ਰੇਮ ਦੀ ਤੜਫ ਲੱਗ ਜਾਂਦੀ ਹੈ, ਜਿਸ ਤਰ੍ਹਾਂ ਭਾਈ ਪਾਰੋ ਜੀ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਪਾਸ ਆਉਂਦੇ ਹਨ, ਮਹਾਰਾਜ ਜੀ ਕਿਰਪਾ ਕਰੋ, ਹਜੂਰ ਨਾਮ ਜਪਣ ਦੀ ਹੋਰ ਸਾਨੂੰ ਮਹਾਰਾਜ ਜੀ ਕਿਰਪਾ ਕਰੋ ਕਿ ਨਾਮ ਚੱਲੇ। ਹਜੂਰ ਕਹਿੰਦੇ ਹਨ ਸੁਤੇ ਤੇਰੇ ਨਾਮ ਚੱਲਿਆ ਕਰੇਗਾ ਭਾਈ ਪਾਰੋ। ਭਾਈ ਪਾਰੋ ਨੂੰ ਉੱਥੇ ਰੱਜ ਨਹੀਂ ਆਇਆ। ਥੋੜੇ ਦਿਨਾਂ ਬਾਅਦ ਭਾਈ ਪਾਰੋ ਜੀ ਫਿਰ ਆ ਜਾਂਦੇ ਹਨ, ਹਜੂਰ ਦੇ ਚਰਨ ਪਕੜ ਲੈਂਦੇ ਹਨ, ਹਜੂਰ ਕਿਰਪਾ ਕਰੋ। ਹਜੂਰ ਕਹਿੰਦੇ ਹਨ ਬੈਖਰੀ ਬਾਣੀ ਵਿੱਚ ਨਾਮ ਜਪੇ ਚੱਲੇ ਕਰੇਗਾ। ਫਿਰ ਥੋੜੇ ਦਿਨਾਂ ਬਾਅਦ ਭਾਈ ਪਾਰੋ ਜੀ ਆ ਜਾਂਦੇ ਹਨ, ਦੇਖੋ ਉਹਨਾਂ ਨੂੰ ਰੱਜ ਹੀ ਨਹੀਂ ਆਉਂਦਾ, ਫਿਰ ਆ ਜਾਂਦੇ ਹਨ। ਹਜੂਰ ਕਹਿੰਦੇ ਹਨ ਭਾਈ ਪਾਰੋ ਜੀ ਹਿਰਦੇ ਵਿੱਚ ਨਾਮ ਚੱਲਿਆ ਕਰੇਗਾ। ਭਾਈ ਪਾਰੋ ਜੀ ਥੋੜੇ ਦਿਨਾਂ ਬਾਅਦ ਫਿਰ ਆ ਗਏ। ਹਜੂਰ ਹੋਰ ਬਖਸ਼ਿਸ਼ ਕਰੋ। ਜਿਸ ਸਮੇਂ ਖਾਲਸਾ ਜੀ ਫਿਰ ਆਏ ਤਾਂ ਮਹਾਰਾਜ ਜੀ ਕਹਿੰਦੇ ਹਨ ਭਾਈ ਪਾਰੋ ਜੀ ਰੋਮ ਰੋਮ ਕਰਕੇ ਨਾਮ ਚੱਲਿਆ ਕਰੇਗਾ। ਅਤੇ ਜਦੋਂ ਖਾਲਸਾ ਜੀ ਇੱਥੇ ਵੀ ਉਹਨਾਂ ਦੀ ਪਿਆਸ ਨਹੀਂ ਮਿਟਦੀ, ਕਿਉਂਕਿ ਖਾਲਸਾ ਜੀ ਫਿਰ ਐਸੀ ਅਵਸਥਾ ਦਿੱਤੀ ਹਜੂਰ ਨੇ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਨਹੀਂ ਕਛ ਔਰ, ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਜਿਸ ਤਰ੍ਹਾਂ ਗੁਰਸਿੱਖਾਂ ਦੀ ਪ੍ਰੀਤ ਹੁੰਦੀ ਹੈ, ਲਾਖ ਜਿਹਵਾ ਦੇਹ ਮੇਰੇ ਪਿਆਰੇ, ਮੁਖ ਹਰ ਆਰਾਧੇ ਮੇਰਾ ਰਾਮ। ਐਸੀ ਪ੍ਰੀਤ ਹਰ ਗੁਰੂ ਜੀ ਕਹਿੰਦੇ ਹਨ ਰੇ ਮਨ ਮੇਰਿਆ ਮਨਾ ਦੇਖ, ਭਾਈ ਪਾਰੋ ਜੀ ਵਾਂਗੂ ਤੂੰ ਵੀ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਪ੍ਰੀਤ ਕਰਿਆ ਕਰ। ਇਸੇ ਤਰ੍ਹਾਂ ਹੀ ਰੇ ਮਨ RAM ਸਿਉ ਕਰ ਪ੍ਰੀਤ। ਜਿਸ ਤਰ੍ਹਾਂ ਬਾਜਾਂ ਵਾਲੇ ਪਿਤਾ ਜੀ ਕਹਿੰਦੇ ਹਨ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਤਾਇਓ, ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।
ਹਜੂਰ ਕਹਿੰਦੇ ਹਨ, ਸੱਚ ਕਹਿੰਦੇ ਹਾਂ ਗੁਰਸਿੱਖੋ, ਇਹ ਗੱਲ ਆਪਣੇ ਹਿਰਦੇ ਵਿੱਚ ਹੀ ਧਾਰ ਲਵੋ। ਜਿਸ ਨੇ ਅਕਾਲ ਪੁਰਖ ਵਾਹਿਗੁਰੂ ਨਾਲ ਪ੍ਰੇਮ ਕੀਤਾ ਹੈ, ਉਸ ਨੇ ਹੀ ਉਸ ਨੂੰ ਪਾਉਣਾ ਕੀਤਾ ਹੈ। ਜਿਸ ਤਰ੍ਹਾਂ ਸੰਤ ਗਿਆਨੀ ਮੋਹਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਬੜੇ ਸੁੰਦਰ ਇਸ ਸ਼ਬਦ ਦੇ ਅਰਥ ਕਰਿਆ ਕਰਦੇ ਸਨ ਕਿ ਕਹਾ ਭਇਓ, ਕਿਉਂਕਿ ਜਿਨ੍ਹਾਂ ਨੂੰ ਪ੍ਰੇਮ ਲੱਗ ਜਾਂਦਾ ਹੈ ਕਹਿੰਦੇ ਹਨ ਕਹਾ ਭਇਓ, ਫਿਰ ਕੀ ਹੋਇਆ? ਕਹਿੰਦੇ ਹਨ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ। ਉਹਨਾਂ ਨੇ ਕੀ ਕੀਤਾ? ਆਪਣੀਆਂ ਦੋਨੋਂ ਅੱਖਾਂ ਮੀਟ ਲੀਆਂ, ਫਿਰ ਬੈਠ ਰਹਿਓ, ਬਕ ਧਿਆਨ ਲਗਾਇਓ। ਬਕ ਜਿਸ ਤਰ੍ਹਾਂ ਕਹਿੰਦੇ ਹਨ ਆਪਣੇ ਬਚਨਾਂ ਵਿੱਚ, ਜੋ ਖਾਲਸਾ ਜੀ ਵਾਹਿਗੁਰੂ ਵਾਹਿਗੁਰੂ ਬਚਨਾਂ ਵਿੱਚ ਉਹਨਾਂ ਨੇ ਆਪਣਾ ਧਿਆਨ ਲਾ ਲਿਆ। ਦੋਵੇਂ ਨੇਤਰ ਮੂੰਦ ਕੇ ਬੈਠ ਗਏ। ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਜਿਸ ਤਰ੍ਹਾਂ 7 ਅਵਸਥਾਵਾਂ ਮੰਨੀਆਂ ਜਾਂਦੀਆਂ ਹਨ, ਕੱਲੀ ਕੱਲੀ ਅਵਸਥਾ ਵਿੱਚੋਂ ਚੰਗੀ ਚੰਗੀ ਤਰ੍ਹਾਂ ਨਹਾ ਕੇ ਲੋਕ ਗਇਓ ਪਰ ਲੋਕ ਗਵਾਇਓ। ਇਸ ਲੋਕ ਦੀਆਂ ਤਾਂ ਸਾਰੀਆਂ ਇੱਛਾਵਾਂ ਹੀ ਮਿਟ ਗਈਆਂ ਤੇ ਪਰਲੋਕ ਦੀ ਵੀ ਕੋਈ ਇੱਛਾ ਨਹੀਂ ਰਹੀ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਹਜੂਰ ਆਪਣੇ ਚਰਨਾ ਕਮਲਾਂ ਦੀ ਪ੍ਰੀਤ ਬਖਸ਼ਿਓ। ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਖਿਆਣ ਸੋ ਬੈਠ ਕੇ। ਭਾਵ ਖਾਲਸਾ ਜੀ ਜਿਹੜੇ ਥੱਲੇ ਜੋ ਵਿਛਾਈ ਦੀ ਹੁੰਦੀ ਹੈ, ਜਿਸ ਤਰ੍ਹਾਂ ਸ਼ੇਰ ਆਦਿਕ ਦੀ ਖਲ, ਉਸ ਤੇ ਬੈਠ ਕੇ ਬਾਸ ਕੀਓ ਬਖਿਆਣ ਸੋ ਬੈਠ ਕੇ। ਐਸੇ ਹੀ ਐਸੇ ਸੋ ਬੈਸ ਬਿਤਾਇਓ। ਐਸੇ ਸਾਧੂ ਮਹਾਂਪੁਰਸ਼ ਹੋਏ ਹਨ ਜਿਨ੍ਹਾਂ ਨੇ ਸਾਰੀ ਸਾਰੀ ਉਮਰ ਹੀ ਇਸ ਤਰ੍ਹਾਂ ਕੱਢ ਦਿੱਤੀ। ਹਜੂਰ ਕਹਿੰਦੇ ਹਨ ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨਾਲ ਪ੍ਰੇਮ ਕੀਤਾ ਹੈ, ਉਹਨਾਂ ਨੇ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਣਾ ਕੀਤਾ ਹੈ। ਜਿਸ ਤਰ੍ਹਾਂ ਸ੍ਰੀ ਸਰਬਲੋਕ ਗ੍ਰੰਥ ਵਿੱਚ ਹਜੂਰ ਕਹਿੰਦੇ ਹਨ ਪ੍ਰੇਮ ਕੀਏ ਪ੍ਰਭ ਪਾਨ ਪਰੇ, ਜਿਨ ਪ੍ਰੇਮ ਕੀਓ ਸੋ ਪਾਵਤ ਹੈ। ਕਿ ਜਿਨ੍ਹਾਂ ਪ੍ਰੇਮ ਕੀਤਾ ਸੀ, ਸ਼੍ਰੀ ਕ੍ਰਿਸ਼ਨ ਜੀਆਂ ਦਾ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਪਾਣ ਚਰਨਾਂ ਨੂੰ ਵੀ ਕਹਿੰਦੇ ਹਨ। ਪ੍ਰੇਮ ਵਸ ਆਏ ਹਜੂਰ, ਚਰਨਾਂ ਤੇ ਵੀ ਆ ਕੇ ਕਈ ਵਾਰਾਂ ਪੈ ਜਾਂਦੇ ਹਨ। ਅਤੇ ਖਾਲਸਾ ਜੀ ਬੇਅੰਤ ਜਿਸ ਤਰ੍ਹਾਂ ਜ਼ਿਕਰ ਆਉਂਦੇ ਹਨ। ਬਲਾਕੀ ਦਾਸ ਦੀ ਮਾਤਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੂੰ ਪੁਨ੍ਹਾ ਪੁਨ੍ਹਾ ਯਾਦ ਕਰਦੀ ਸੀ। ਬਲਾਕੀ ਦਾਸ ਗੁਰੂ ਘਰ ਦਾ ਮਸੰਦ ਹੋਇਆ ਹੈ, ਕਿੱਥੇ ਅਸਾਮ ਦੀ ਧਰਤੀ। ਅਤੇ ਹਰ ਰੋਜ਼ ਜਿਸ ਤਰ੍ਹਾਂ ਮਾਤਾ ਨਵੀਂ ਪੀੜ੍ਹੇ ਤੇ ਵਿਛਾ ਕੇ, ਰੋਜ਼ ਨਵੀਂ ਚਾਦਰ ਕੱਢ ਕੇ ਵਿਛਾ ਕੇ ਤਾਂ ਉਸ ਨੂੰ ਬੜੇ ਸਤਿਕਾਰ ਨਾਲ ਰੱਖਦੀ ਸੀ ਕਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਆਉਣਗੇ ਤਾਂ ਮਹਾਰਾਜ ਜੀ ਆ ਕੇ ਇਸ ਚਾਦਰ ਤੇ ਬੈਠਣਗੇ। ਤੇ ਬਲਾਕੀ ਦਾਸ ਕਿਹਾ ਕਰਦਾ ਸੀ, ਮਾਤਾ ਕਿੱਥੇ ਅਸੀਂ ਪ੍ਰਦੇਸ਼ਾਂ ਵਿੱਚ ਵਸਦੇ ਹਾਂ, ਇੱਥੇ ਕਿਵੇਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਉਣਗੇ? ਕਿਉਂਕਿ ਅੱਜ ਦੀ ਤਰ੍ਹਾਂ ਐਸੇ ਸਾਧਨ ਨਾ ਸੀ ਹੋਇਆ ਕਰਦੇ ਉਹਨਾਂ ਸਮਿਆਂ ਦੇ ਵਿੱਚ। ਜਿਸ ਸਮੇਂ ਖਾਲਸਾ ਜੀ ਫਿਰ ਜਿਸ ਤਰ੍ਹਾਂ ਪ੍ਰੀਤ ਵੱਧਦੀ ਗਈ ਬਲਾਕੀ ਦਾਸ ਜੀ ਦੀ ਮਾਤਾ ਦੀ, ਇੱਥੋਂ ਤੀਕਰ ਜਿਸ ਤਰ੍ਹਾਂ ਬਿਰਧ ਅਵਸਥਾ ਹੋ ਗਈ, ਕਹਿੰਦੀ ਆ ਹਜੂਰ ਇੱਕ ਵਾਰੀ ਮੇਰੇ ਸਰੀਰ ਨੂੰ, ਜਿਸ ਸਰੀਰ ਦੇ ਵਿੱਚ ਮੈਨੂੰ ਦਰਸ਼ਨ ਦੇ ਦਿਓ, ਮੇਰੇ ਕਿਤੇ ਪ੍ਰਾਣ ਹੀ ਨਾ ਨਿਕਲ ਜਾਣ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਐਸੇ ਗੁਰਸਿੱਖਾਂ ਦੀ ਜਿਸ ਤਰ੍ਹਾਂ ਖਾਲਸਾ ਜੀ ਹਜੂਰ ਨੂੰ ਵੀ ਅੰਦਰੋਂ ਖਿੱਚ ਪੈਂਦੀ ਹੈ। ਜਿਸ ਸਮੇਂ ਬਲਾਕੀ ਦਾਸ ਜੀਆਂ ਦੇ ਨਗਰ ਵਿਖੇ ਪਹੁੰਚੇ ਤਾਂ ਗੁਰਸਿੱਖ ਪਿੱਛੇ ਪਿੱਛੇ ਨਾਲ ਸਨ ਹਜੂਰ ਦੇ। ਹਜੂਰ ਨੂੰ ਕਿਸੇ ਨੇ ਐਡਰੈਸ ਨਾ ਸੀ ਦਿੱਤਾ ਬਲਾਕੀ ਦਾਸ ਦੇ ਘਰ ਦਾ। ਆਪ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਸ ਦੀ ਪਿੰਡ ਦੀਆਂ ਗਲੀਆਂ ਦੇ ਵਿੱਚੋਂ ਹਜੂਰ ਘੋੜੇ ਤੋਂ ਉਤਰ ਕੇ ਜਿਸ ਤਰ੍ਹਾਂ ਚੱਲਦੇ ਜਾ ਰਹੇ ਹਨ, ਪਿੱਛੇ ਪਿੱਛੇ ਹਜੂਰ ਦੇ ਗੁਰਸਿੱਖ ਦੇਖਦੇ ਹਨ, ਹਜੂਰ ਅੱਜ ਕਿੱਧਰ ਜਾ ਰਹੇ ਹਨ, ਇੱਥੇ ਤਾਂ ਅਸੀਂ ਕਦੇ ਆਏ ਵੀ ਨਹੀਂ। ਜਿਸ ਜਗ੍ਹਾ ਤੇ ਬਲਾਕੀ ਦਾਸ ਦੀ ਮਾਤਾ ਨੇ ਉਹ ਖਾਲਸਾ ਜੀ ਜੋ ਪੀੜਾ ਸਜਾਇਆ ਹੋਇਆ ਸੀ, ਹਜੂਰ ਉੱਪਰ ਪੀੜੇ ਤੇ ਆ ਕੇ ਸੱਜ ਜਾਂਦੇ ਹਨ। ਬਲਾਕੀ ਦਾਸ ਦੀ ਮਾਤਾ ਕੀ ਦੇਖਦੀ ਹੈ ਕਿ ਆਪ ਨਾਰਾਇਣ ਕਲਾ ਧਾਰ ਆ ਗਏ ਹਨ। ਭਾਵ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਪੁਲਕਾਤ ਅਵਸਥਾ ਹੋ ਜਾਂਦੀ ਹੈ, ਰੋਮ ਰੋਮ ਖਿੜ ਜਾਂਦਾ ਹੈ। ਬਲਾਕੀ ਦਾਸ ਦੀ ਮਾਤਾ ਭਾਵ ਸੁਧ ਮੇ ਨਾ ਸੁਧ ਰਹੀ, ਬੁੱਧ ਮੇ ਨਾ ਬੁੱਧ ਰਹੀ, ਗਤ ਮੇ ਨਾ ਗਤ ਰਹੀ, ਉਹ ਅਵਸਥਾ ਹੋ ਜਾਂਦੀ ਹੈ। ਹਜੂਰ ਦੇ ਇੱਕ ਟੱਕ ਬਲਾਕੀ ਦਾਸ ਦੀ ਮਾਤਾ ਦਰਸ਼ਨ ਕਰਦੀ ਹੈ। ਖਾਲਸਾ ਜੀ ਜਦੋਂ ਪ੍ਰੇਮ ਨਾਲ ਅੱਜ ਵੀ ਗੁਰੂ ਕੇ ਸਿੱਖ ਹਜੂਰ ਨੂੰ ਜਦੋਂ ਪ੍ਰੇਮ ਨਾਲ ਯਾਦ ਕਰਦੇ ਹਨ, ਬਾਜਾਂ ਵਾਲੇ ਪਿਤਾ ਜੀ ਕਹਿੰਦੇ ਹਨ ਅਜੈ ਹੈ
ਭਾਵ ਕਿ ਅੱਜ ਵੀ ਅਕਾਲ ਪੁਰਖ ਵਾਹਿਗੁਰੂ ਬਾਜਾਂ ਵਾਲੇ ਪਿਤਾ ਜੀ ਉਸੇ ਸਰੂਪ ਵਿੱਚ ਵੀ ਦਰਸ਼ਨ ਦੇ ਦਿੰਦੇ ਹਨ। ਖੈਰ ਬੇਅੰਤ ਸਾਖੀਆਂ ਆਉਂਦੀਆਂ ਹਨ ਕਿ ਜਿਨ੍ਹਾਂ ਨੂੰ ਬਾਜਾਂ ਵਾਲੇ ਪਿਤਾ ਜੀਆਂ ਨੇ ਇਸੇ ਸਰੂਪ ਵਿੱਚ ਹੀ ਦਰਸ਼ਨ ਦਿੱਤਾ ਸੀ। ਮਹਾਰਾਜ ਜੀ ਕਹਿੰਦੇ ਹਨ, ਰੇ ਮਨ ਐਸੀ ਹਰਸਿਓ ਪ੍ਰੀਤ ਕਰ। ਦੇਖ ਜਿਸ ਤਰ੍ਹਾਂ ਬਲਾਕੀ ਦਾਸ ਦੀ ਮਾਤਾ ਨੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨਾਲ ਪ੍ਰੇਮ ਕੀਤਾ ਸੀ, ਇਸੇ ਤਰ੍ਹਾਂ ਪ੍ਰੇਮ ਕਰਨਾ ਕਰੋ ਰੇ ਮਨ। ਰੇ ਮਨ RAM ਸਿਉ ਕਰ ਪ੍ਰੀਤ। ਜਿਸ ਤਰ੍ਹਾਂ ਖਾਲਸਾ ਜੀ ਬਾਬਾ ਫਰੀਦ ਜੀਆਂ ਨੂੰ ਜਿਸ ਸਮੇਂ ਨਗਰ ਦੇ ਲੋਕ ਪੁੱਛਦੇ ਹਨ ਕਿ ਫਰੀਦਾ ਦੇਖ ਤੂੰ ਬੁੱਢਾ ਹੋ ਗਿਆ ਹੈ, ਤੇਰੀ ਜਵਾਨੀ ਹੁਣ ਸਾਰੀ ਬੀਤ ਗਈ ਹੈ, ਤੈਨੂੰ ਡਰ ਨਹੀਂ ਲੱਗਦਾ? ਭਗਤ ਫਰੀਦ ਜੀ ਕਹਿੰਦੇ ਹਨ, ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ। ਕਹਿੰਦੇ ਹਨ ਫਰੀਦ ਜੀ ਮੈਨੂੰ ਇਹ ਜਵਾਨੀ ਦੇ ਜਾਣ ਦਾ ਕੋਈ ਡਰ ਨਹੀਂ ਹੈ। ਫਰੀਦ ਜੀ ਫਿਰ ਤੁਹਾਨੂੰ ਡਰ ਕਿੰਦਾ ਲੱਗਦਾ ਹੈ? ਕਹਿੰਦੇ ਹਨ ਮੈਨੂੰ ਡਰ ਲੱਗਦਾ ਹੈ ਕਿਤੇ ਮੇਰੀ ਅਕਾਲ ਪੁਰਖ ਵਾਹਿਗੁਰੂ ਨਾਲ ਪ੍ਰੀਤ ਨਾ ਟੁੱਟ ਜਾਵੇ। ਫਰੀਦਾ ਕਿੰਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਦੇਖ ਕਿੰਨੀਆਂ ਜਵਾਨੀਆਂ ਅਕਾਲ ਪੁਰਖ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਸੁੱਕ ਸੁੱਕ ਕੇ ਕਮਲਾ ਕਮਲਾ ਕੇ ਝੂਰ ਝੂਰ ਕੇ ਮਰਦੀਆਂ ਜਾ ਰਹੀਆਂ ਹਨ। ਜਿਸ ਤਰ੍ਹਾਂ ਖਾਲਸਾ ਜੀ ਉਸ ਦਿਨ ਆਪ ਜੀਆਂ ਨੇ ਪ੍ਰਸੰਗ ਸੁਣਿਆ ਸੀ ਕਿ ਇੱਕ ਬੰਨਿਓ ਤਾਂ ਜੋ ਡੈਣ ਸੀ ਉਹ ਟਾਹਣੀਆਂ ਤੋੜਦੀ ਲੱਗੀ ਆਉਂਦੀ ਹੈ ਅਤੇ ਦੂਸਰੇ ਤਰਫ ਤੋਂ ਜੋ 12 ਸਿੰਘਾਂ ਵਾਲਾ ਖਤਰਨਾਕ ਹਾਥੀ ਭੱਜਾ ਆਉਂਦਾ ਹੈ। ਡੈਣ ਦੀ ਨਿਆਈ ਟਾਹਣੀਆਂ ਕੀ ਤੋੜਦੀ ਹੈ? ਜੋ ਇਹ ਸਮਾਂ ਹੈ ਖਾਲਸਾ ਜੀ ਜਵਾਨੀਆਂ ਰੂਪੀ ਟਾਹਣੀਆਂ ਭੰਨਦਾ ਆਉਂਦਾ ਹੈ। ਜਿਸ ਤਰ੍ਹਾਂ ਕਈ ਆਪਣੇ ਦਾੜੇ ਵਿੱਚ ਹੱਥ ਮਾਰ ਕੇ ਕਹਿੰਦੇ ਹਨ ਦੇਖ ਹੀਰੇ ਵੀ ਇੰਨੀ ਛੇਤੀ ਆ ਗਏ, ਅਤੇ ਖਾਲਸਾ ਜੀ ਦੂਸਰੇ ਬੰਨੋਂ 12 ਸਿੰਘਾਂ ਵਾਲਾ ਹਾਥੀ ਭੱਜਾ ਆਉਂਦਾ ਹੈ। ਭਾਵ ਜੋ 12 ਮਹੀਨੇ ਕਹਿੰਦੇ ਹਨ ਮਾਰਚ ਵੀ ਚੜ ਗਿਆ, ਕੱਲ ਤਾਂ ਹਜੇ 2022 ਦੀ ਤਾਂ ਹਜੇ ਨਵਾਂ ਸਾਲ ਹੀ ਚੜਿਆ ਸੀ। ਇਸੇ ਤਰ੍ਹਾਂ ਖਾਲਸਾ ਜੀ ਸਮਾਂ ਬੀਤਦਾ ਜਾ ਰਿਹਾ ਹੈ। ਫਰੀਦ ਜੀ ਕਹਿੰਦੇ ਹਨ ਜੋਬਨ ਜਾਂਦੇ ਨਾ ਡਰਾਂ। ਉਹ ਕਿਉਂਕਿ ਖਾਲਸਾ ਜੀ ਇੰਨੀ ਭਜਨ ਬੰਦਗੀ ਉਹਨਾਂ ਕੀਤੀ ਹੁੰਦੀ ਹੈ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਹੁਣ ਤਾਂ ਅਕਾਲ ਪੁਰਖ ਵਾਹਿਗੁਰੂ ਨਾਲ ਮੇਲ ਹੋ ਜਾਣਾ ਹੈ। ਹਜੂਰ ਕਹਿੰਦੇ ਹਨ ਰੇ ਮਨ RAM ਸਿਉ ਕਰ ਪ੍ਰੀਤ। ਐਸੀ ਕਾਲ ਪੁਰਖ ਵਾਹਿਗੁਰੂ ਨਾਲ ਤੂੰ ਵੀ ਪ੍ਰੀਤ ਕਰਨਾ ਕਰ ਰੇ ਮਨ। ਰੇ ਮਨ RAM ਸਿਉ ਕਰ ਪ੍ਰੀਤ। ਅਤੇ ਖਾਲਸਾ ਜੀ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਮਨ ਰੇ ਕਿਉਂ ਛੂਟੈ ਬਿਨ ਪਿਆਰ। ਤੂੰ ਪਿਆਰ ਤੋਂ ਬਿਨਾਂ ਕਿਵੇਂ ਛੁੱਟ ਸਕਦਾ ਹੈ? ਤਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਗੁਰਸਿੱਖ ਅਰਦਾਸ ਕਰਦੇ ਹਨ, ਹਜੂਰ ਸਾਨੂੰ ਤਾਂ ਪ੍ਰੇਮ ਕਰਨਾ ਨਹੀਂ ਆਉਂਦਾ, ਆਪ ਹਜੂਰ ਦੱਸੋ ਕਿ ਕਿਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨਾਲ ਪ੍ਰੇਮ ਕੀਤਾ ਜਾਵੇ। ਤਾਂ ਹਜੂਰ ਫਰਮਾਉਂਦੇ ਹਨ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲੇਹ। ਭਾਵ ਜਿਸ ਤਰ੍ਹਾਂ ਖਾਲਸਾ ਜੀ ਜਲ ਦੀ ਕਮਲ ਦੇ ਫੁੱਲ ਦੀ ਜਿਵੇਂ ਵਿੱਚ ਪ੍ਰੀਤ ਹੁੰਦੀ ਹੈ, ਹਜੂਰ ਕਹਿੰਦੇ ਹਨ ਇਸ ਤਰ੍ਹਾਂ ਪ੍ਰੀਤ ਕਰਿਆ ਕਰ। ਜਿਸ ਤਰ੍ਹਾਂ ਕਹਿੰਦੇ ਹਨ ਕਿ ਸੂਰਜ ਦੇ ਚੜ੍ਹਨ ਦੇ ਨਾਲ ਜੋ ਕਮਲ ਦਾ ਫੁੱਲ ਹੈ ਉਹ ਖਿੜਦਾ ਹੈ, ਪਰ ਇੱਕ ਖਾਲਸਾ ਜੀ ਵਿਗਿਆਨੀ ਨੇ ਇਹ ਵੀ ਕਿਹਾ ਹੈ ਕਿ ਕਹਿੰਦਾ ਹੈ ਉਹ ਸੂਰਜ ਦੇ ਚੜ੍ਹਨ ਨਾਲ ਨਹੀਂ ਖਿੜਦਾ। ਜੇ ਪ੍ਰੇਮ ਵਾਲੇ ਨੇ ਇੱਕ ਨੇ ਇਸ ਤਰ੍ਹਾਂ ਦੇ ਆਖਿਆ ਸੀ ਕਿ ਜਿਸ ਸਮੇਂ ਖਾਲਸਾ ਜੀ ਸੂਰਜ ਚੜ੍ਹਦਾ ਹੈ ਕਮਲ ਆਪਣੀਆਂ ਪੰਖੜੀਆਂ ਪੂਰੀਆਂ ਫੈਲਾ ਲੈਂਦਾ ਹੈ, ਕਿਉਂਕਿ ਖਾਲਸਾ ਜੀ ਜੋ ਸੂਰਜ ਹੈ ਉਹ ਜਲ ਨੂੰ ਸੋਖਦਾ ਹੈ। ਆਪਣੇ ਪਿਆਰੇ ਦੇ ਲਈ ਜੋ ਕਮਲ ਹੁੰਦਾ ਹੈ ਅੱਗੇ ਢਾਲ ਬਣ ਕੇ ਛਾਤੀ ਢਾਹ ਦਿੰਦਾ ਹੈ ਕਿ ਮੇਰੇ ਪਿਆਰੇ ਨੂੰ ਇਹ ਜੋ ਸੂਰਜ ਦੀਆਂ ਤਪਤ ਕਿਰਨਾਂ ਨਾ ਲੱਗਣ। ਤਾਂ ਫਿਰ ਕਹਿੰਦੇ ਹਨ ਇਹ ਤਾਂ ਠੀਕ ਹੈ, ਤੇ ਰਾਤ ਨੂੰ ਕਮਲ ਦਾ ਫੁੱਲ ਫਿਰ ਮੁਰਝਾ ਕਿਉਂ ਜਾਂਦਾ ਹੈ? ਉਹ ਕਹਿੰਦੇ ਹਨ ਜਿਹੜੇ ਖਾਲਸਾ ਜੀ ਜੋ ਚੰਦਰਮਾ ਦੀਆਂ ਕਿਰਨਾਂ ਹੁੰਦੀਆਂ ਹਨ ਜਦੋਂ ਪਾਣੀ ਤੇ ਪੈਂਦੀਆਂ ਹਨ ਉਹਨੂੰ ਅੰਮ੍ਰਿਤ ਬਣਾ ਦਿੰਦੀਆਂ ਹਨ। ਕਮਲ ਆਪਣੇ ਆਪ ਨੂੰ ਐ ਨਿਚੋੜ ਲੈਂਦਾ ਹੈ ਕਿ ਇੱਕ ਵੀ ਕਿਰਨ ਮੇਰੇ ਤੇ ਨਾ ਪਵੇ, ਮੇਰੇ ਪਿਆਰੇ ਤੇ ਸਾਰੀਆਂ ਕਿਰਨਾਂ ਪੈਣ। ਇਸੇ ਤਰ੍ਹਾਂ ਹਜੂਰ ਕਹਿੰਦੇ ਹਨ ਦੇਖ ਬੰਦਿਆ ਐਸੀ ਤੂੰ ਪ੍ਰੀਤ ਕਰਿਆ ਕਰ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲੇਹ। ਜਿਸ ਤਰ੍ਹਾਂ ਖਾਲਸਾ ਜੀ ਕਮਲ ਦਾ ਫੁੱਲ ਜਿਸ ਤਰ੍ਹਾਂ ਜਲ ਵਿੱਚ ਪ੍ਰੀਤ ਹੁੰਦੀ ਹੈ, ਅਤੇ ਖਾਲਸਾ ਜੀ ਜੇ ਇਸੇ ਤਰ੍ਹਾਂ ਦੇਖਿਆ ਜਾਵੇ ਅਕਾਲ ਪੁਰਖ ਵਾਹਿਗੁਰੂ ਨਾਲ ਭਗਤਾਂ ਨੇ ਵੀ ਐਸੀ ਪ੍ਰੀਤ ਕੀਤੀ ਹੈ ਰੇ ਮਨ। ਰੇ ਮਨ RAM ਸਿਉ ਕਰ ਪ੍ਰੀਤ। ਅਤੇ ਖਾਲਸਾ ਜੀ ਜਦੋਂ ਕਮਲ ਆਪਣੀਆਂ ਪੰਖੜੀਆਂ ਅੱਗੇ ਜਿਸ ਤਰ੍ਹਾਂ ਬਚਨ ਆਉਂਦੇ ਹਨ ਲਹਿਰੀ ਨਾਲ ਪਛਾੜੀਐ ਭੀ ਵਿਗਸੈ ਅਸਨੇਹ। ਜਿਸ ਤਰ੍ਹਾਂ ਖਾਲਸਾ ਜੀ ਕਮਲ ਦਾ ਫੁੱਲ ਜਦੋਂ
ਤੇਜ਼ ਲਹਿਰਾਂ ਚੱਲਦੀਆਂ ਹਨ, ਉਹਨੂੰ ਉਛਲਾ ਕੇ ਸੁੱਟਦੀਆਂ ਹਨ ਅਤੇ ਕਦੇ ਕਮਲ ਦਾ ਫੁੱਲ ਪਲਟ ਕੇ ਫਿਰ ਸਿੱਧਾ ਹੋ ਜਾਂਦਾ ਹੈ। ਇਸ ਤੋਂ ਨਿਆਈ ਜਾਣਨੀ ਕਿ ਜਿਸ ਤਰ੍ਹਾਂ ਖਾਲਸਾ ਜੀ ਇੱਕ ਬ੍ਰਹਮ ਹੈ ਜੋ ਜਲ ਅਤੇ ਕਮਲ ਦਾ ਫੁੱਲ ਇਹ ਜੀਵ ਹੈ, ਅਕਾਲ ਪੁਰਖ ਵਾਹਿਗੁਰੂ ਨੂੰ ਕਦੇ ਛੱਡਿਆ ਨਹੀਂ ਕਰਦੇ। ਜਦੋਂ ਖਾਲਸਾ ਜੀ ਜੇ ਦੁੱਖ ਸੁੱਖ ਆਉਣ ਅਤੇ ਖਾਲਸਾ ਜੀ ਕਹਿੰਦੇ ਹਨ ਜਿਸ ਤਰ੍ਹਾਂ ਦੁੱਖਾਂ ਦੀ ਨਿਆਈ ਜੇ ਤੇਜ਼ ਧੁੱਪ ਹੋਵੇ ਅਤੇ ਖਾਲਸਾ ਜੀ ਸੁੱਖਾਂ ਦੀ ਨਿਆਈ ਜੇ ਠੰਡੀ ਸ਼ੀਤਲ ਜੋ ਭਾਵ ਕਿਰਨਾਂ ਹਨ ਉਹ ਪੈਣ, ਦੋਵਾਂ ਵਿੱਚ ਕਹਿੰਦੇ ਹਨ ਮਹਾਰਾਜ ਜੀ ਤੁਹਾਡਾ ਹੀ ਭਾਣਾ ਹੈ। ਅਤੇ ਜੇ ਖਾਲਸਾ ਜੀ ਲਹਿਰਾਂ ਭਾਵ ਕਈ ਰਾਂ ਕੋਈ ਕੌੜੇ ਬਚਨ ਕਹਿ ਦਿੰਦਾ ਹੈ, ਦੇਖ ਬਾਣਾ ਪਾ ਕੇ ਤੇਰੀ ਸਾਰੀ ਉਮਰ ਤੂੰ ਕੀ ਖੱਟ ਲਿਆ ਹੈ, ਵੈਗਰੂ ਵੈਗਰੂ ਕਰਦੇ ਤੇਰੀ ਸਾਰੀ ਉਮਰ ਲੰਘੀ ਹੈ। ਅਤੇ ਖਾਲਸਾ ਜੀ ਕੌੜੇ ਬਚਨ ਉਹ ਜਰ ਜਾਂਦੇ ਹਨ ਇਹ ਲਹਿਰਾਂ ਦੇ, ਅਤੇ ਕਈ ਬਚਨ ਕਰਦੇ ਹਨ ਵਿਹਲੇ ਹਨ। ਇਹ ਤਾਂ ਗੁਰੂ ਘਰ ਜਾਣਾ ਤਾਂ ਵਿਹਲਿਆਂ ਦਾ ਕੰਮ ਹੈ, ਸਾਰਾ ਦਿਨ ਉੱਥੇ ਬੈਠੇ ਰਹਿੰਦੇ ਹਨ। ਅਤੇ ਖਾਲਸਾ ਜੀ ਜਦੋਂ ਐਸੀਆਂ ਲਹਿਰਾਂ ਆਉਂਦੀਆਂ ਹਨ, ਗੁਰਸਿੱਖਾਂ ਦਾ ਕਦੇ ਪ੍ਰੇਮ ਨਹੀਂ ਟੁੱਟਦਾ। ਜੇ ਕਿਤੇ ਖਾਲਸਾ ਜੀ ਬਾਣੀ ਪੜ੍ਹਦੇ ਹੋਏ ਵੀ ਜੇ ਕਿਤੇ ਬਿਮਾਰ ਹੋ ਜਾਣ, ਲੋਕੀ ਤਾਨੇ ਮਾਰਦੇ ਹਨ ਕਿ ਇੰਨੀ ਬਾਣੀ ਪੜ੍ਹਦਾ ਫਿਰ ਵੀ ਬਿਮਾਰ ਹੋ ਗਿਆ। ਅਤੇ ਖਾਲਸਾ ਜੀ ਇਹ ਲਹਿਰਾਂ ਦੀ ਨਿਆਈ ਹਨ। ਅਤੇ ਜਿਸ ਤਰ੍ਹਾਂ ਖਾਲਸਾ ਜੀ ਜੇ ਕੋਈ ਦੁੱਖ ਆਵੇ, ਗੁਰਸਿੱਖ ਕਹਿੰਦੇ ਹਨ ਮੁਝ ਅਵਗਣ ਸਹਿ ਨਾਹੀ ਦੋਸ, ਮੇਰੇ ਵਿੱਚ ਹੀ ਕੋਈ ਔਗਣ ਹੋਣਾ ਹੈ। ਅਕਾਲ ਪੁਰਖ ਵਾਹਿਗੁਰੂ ਵਿੱਚ ਤਾਂ ਖਾਲਸਾ ਜੀ ਕੋਈ ਦੋਸ਼ ਨਹੀਂ ਹਨ। ਤੁਮ ਕਰੋ ਭਲਾ ਹਮ ਭਲੋ ਨਾ ਜਾਣੋ, ਤੁਮ ਸਦਾ ਦਇਆਲਾ। ਅਕਾਲ ਪੁਰਖ ਵਾਹਿਗੁਰੂ ਤਾਂ ਭਲਾ ਹੀ ਕਰਦਾ ਹੈ। ਜਿਸ ਤਰ੍ਹਾਂ ਖਾਲਸਾ ਜੀ ਸੂਲ ਭਾਵ ਜਦੋਂ ਸੂਲੀ ਚੜ੍ਹਨਾ ਹੋਵੇ ਉਸ ਤੋਂ ਅਕਾਲ ਪੁਰਖ ਵਾਹਿਗੁਰੂ ਕਦੇ ਸੂਲ ਹੀ ਬਣਾ ਦਿੰਦੇ ਹਨ। ਅਤੇ ਖਾਲਸਾ ਜੀ ਆਪਾਂ ਨੂੰ ਹੀ ਨਹੀਂ ਪਤਾ ਲੱਗਦਾ। ਹਜੂਰ ਕਹਿੰਦੇ ਹਨ ਦੇਖ ਜਿਸ ਤਰ੍ਹਾਂ ਕਮਲ ਦਾ ਫੁੱਲ ਖਾਲਸਾ ਜੀ ਇਸ ਨੂੰ ਪ੍ਰੇਮ ਕਰਦਾ ਹੈ, ਇਸ ਤਰ੍ਹਾਂ ਤੂੰ ਵੀ ਪ੍ਰੇਮ ਕਰਿਆ ਕਰ ਰੇ ਮਨ। ਰੇ ਮਨ RAM ਸਿਉ ਕਰ ਪ੍ਰੀਤ। ਅਤੇ ਖਾਲਸਾ ਜੀ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨਾਲ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਪ੍ਰੇਮ ਕਰਦੇ ਸੀ। ਜਿਸ ਸਮੇਂ ਖਡੂਰ ਸਾਹਿਬ ਜੀਆਂ ਦੀ ਧਰਤੀ ਤੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਜਾਣ ਲੱਗੇ, ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਪਿੱਛੇ ਭੱਜੇ ਆਉਂਦੇ ਹਨ। ਹਜੂਰ ਨੇ ਕਿਹਾ ਭਲਿਆ ਪੁਰਖਾ ਇੱਥੇ ਹੀ ਠਹਿਰ ਜਾ। ਤਾਂ ਕਈ ਮਹੀਨੇ ਧੰਨ ਸ਼੍ਰੀ ਗੁਰੂ ਅਮਰਦਾਸ ਅੰਗਦ ਦੇਵ ਸਾਹਿਬ ਜੀ ਮਹਾਰਾਜ ਉਸੇ ਜਗ੍ਹਾ ਤੇ ਹੀ ਖੜੇ ਰਹੇ। ਅਤੇ ਖਾਲਸਾ ਜੀ ਇਸ ਤੋਂ ਅੱਗੇ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੀ ਪ੍ਰੀਤ ਬਾਬਤ ਤਾਂ ਇੱਥੇ ਗੁਰਸਿੱਖ ਜੋ ਨਿਤਾ ਪ੍ਰਤੀ ਕਥਾ ਸ਼ਰਵਣ ਕਰਦੇ ਹਨ, ਜਿਸ ਤਰ੍ਹਾਂ ਹਜੂਰ ਨੂੰ ਲੋਕ ਕਿਹਾ ਕਰਦੇ ਸਨ ਲੱਗਦਾ ਹੈ ਇਸ ਕੋਲ ਘਰ ਨਹੀਂ ਹੈਗਾ। ਮਹਾਰਾਜ ਜੀਆਂ ਨੂੰ ਤਰ੍ਹਾਂ ਦੇ ਬਚਨ ਕਹਿੰਦੇ ਸਨ ਕਿ ਲੱਗਦਾ ਹੈ ਘਰੋਂ ਕੱਢਿਆ ਹੈ। ਹਜੂਰ ਕਿਸੇ ਵੱਲ ਵੇਖਿਆ ਵੀ ਨਾ ਸੀ ਕਰਦੇ। ਤਤ ਪਰ ਤਿਆਰ ਬਰ ਤਿਆਰ ਬਜ਼ੁਰਗ ਆਯੂ ਹਜੂਰ ਦੀ, ਪਰ ਹਜੂਰ ਸੇਵਾ ਵਿੱਚ ਤਤਪਰ ਰਹਿੰਦੇ। ਹਜੂਰ ਕਹਿੰਦੇ ਹਨ ਰੇ ਮਨ RAM ਸਿਉ ਕਰ ਪ੍ਰੀਤ, ਐਸੀ ਪ੍ਰੀਤ ਕਰਨਾ ਕਰ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੰਸਾਰ ਇੰਨੇ ਸਾਧਨ ਕਰਦਾ ਹੈ ਕਿ ਸਾਡਾ ਮਨ ਸ਼ਾਂਤ ਹੋ ਜਾਵੇ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ। ਮਹਾਰਾਜ ਜੀ ਤੁਹਾਡੇ ਕਿਹੜੇ ਗੁਣ ਕਹਿਣਾ ਕਰੀਏ। ਹਜੂਰ ਜਦੋਂ ਮੁਖ ਤੋਂ ਤੁਸੀਂ ਉਪਦੇਸ਼ ਦਿੰਦੇ ਹੋ, ਹਜੂਰ ਵਿਸਮਾਦ ਛਾ ਜਾਂਦਾ ਹੈ, ਐਦਾਂ ਲੱਗਦਾ ਹੈ ਗਤ ਵਿੱਚ ਗਤ ਹੀ ਨਹੀਂ ਰਹੀ। ਹਜੂਰ ਸਭ ਕੁਝ ਰੁਕ ਜਾਂਦਾ ਹੈ। ਤੁਹਾਡੇ ਕਿਹੜੇ ਗੁਣ ਕਹਿਣਾ ਕਰਾਂ। ਇਸੇ ਤਰ੍ਹਾਂ ਖਾਲਸਾ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਦੋਂ ਲਾਹੌਰ ਭੇਜਿਆ ਸੀ, ਹਜੂਰ ਚਿੱਠੀਆਂ ਲਿਖਦੇ ਹਨ ਮਹਾਰਾਜ ਜੀ ਜਦੋਂ ਤੁਹਾਡੇ ਦਰਸ਼ਨ ਨਹੀਂ ਹੁੰਦੇ ਤਾਂ ਹਜੂਰ ਐਸਾ ਲੱਗਦਾ ਹੈ ਜਿਸ ਤਰ੍ਹਾਂ ਕਲਯੁਗ ਬਤੀਤ ਹੁੰਦਾ ਹੈ। ਇੱਕ ਘੜੀ ਨਾ ਮਿਲਤੇ ਤੋ ਕਲਯੁਗ ਹੋਤਾ। ਹਜੂਰ ਇੱਕ ਯੁੱਗ ਬਤੀਤ ਹੁੰਦਾ ਹੈ, ਆਮ ਯੁੱਗ ਨਹੀਂ। ਜਿਸ ਤਰ੍ਹਾਂ ਕਲਯੁਗ ਬਤੀਤ ਹੁੰਦਾ ਹੈ ਇਸੇ ਤਰ੍ਹਾਂ ਖਾਲਸਾ ਜੀ ਭਾਈ ਪ੍ਰਾਣਾ ਜੀ ਜਿਸ ਸਮੇਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਤਤੀ ਤਵੀ ਵੱਲ ਵੱਧ ਕੇ ਜਾ ਰਹੇ ਹਨ, ਭਾਈ ਪ੍ਰਾਣਾ ਜੀਆਂ ਦੇ ਬੇੜੀਆਂ ਪਈਆਂ ਹੋਈਆਂ ਹਨ ਹੱਥਾਂ ਵਿੱਚ। ਭਾਈ ਪ੍ਰਾਣਾ ਜੀ ਆਪਣੇ ਹੱਥ ਛੜਾ ਕੇ ਭੱਜਦੇ ਹਨ। ਉਧਰ ਜ਼ਾਲਮ ਚੰਦੂ ਦੇ ਸਿਪਾਹੀ ਭਾਈ ਪ੍ਰਾਣੇ ਨੂੰ ਡੰਡਿਆਂ ਨਾਲ ਕੁੱਟਣ ਲੱਗਦੇ ਹਨ। ਉੱਥੇ ਖਾਲਸਾ ਜੀ ਚੰਦੂ ਲਿੜਕਲੀਆਂ ਲੈ ਹਟਿਆ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕੁਝ ਮੁਖ ਤੋਂ ਬੋਲਣ, ਹਜੂਰ ਨੇ ਇੱਕ ਬਚਨ ਵੀ ਨਾ ਸੀ ਬੋਲਿਆ। ਜਿਸ ਸਮੇਂ ਖਾਲਸਾ ਜੀ ਭਾਈ ਪ੍ਰਾਣੇ ਨੂੰ ਹਜੂਰ ਪੁੱਛਦੇ ਹਨ
ਭਾਈ ਪ੍ਰਾਣਾ ਮਾਰ ਕਿਉਂ ਖਾਨਾ ਹੈ? ਤਾਂ ਕਹਿੰਦੇ ਹਨ, ਭਾਈ ਪ੍ਰਾਣਾ ਜੀ, ਹਜੂਰ ਸਾਡੇ ਇੰਨੇ ਨਰੋਏ ਸਰੀਰ ਹੋਣ ਤੇ ਹਜੂਰ ਆਪ ਤਤੀ ਤਵੀ ਤੇ ਬੈਠੋ। ਮਹਾਰਾਜ ਜੀ, ਜਵਾਨੀਆਂ ਕਿਸ ਕੰਮ ਦੀਆਂ ਹਨ ਜੇ ਸਾਡੇ ਸਾਹਮਣੇ ਹੀ ਤੁਸੀਂ ਤਤੀ ਤਵੀ ਤੇ ਬੈਠੋ? ਹਜੂਰ, ਮੈਂ ਆਪਣੀ ਛਾਤੀ ਤਤੀ ਤਵੀ ਤੇ ਲਾਉਣਾ ਹਾਂ, ਤੁਸੀਂ ਮੇਰੇ ਉੱਪਰ ਬੈਠੋ। ਐਸੀ ਪ੍ਰੀਤ ਹੈ ਗੁਰਸਿੱਖਾਂ ਦੀ, ਤੇ ਗੁਰੂ ਸਾਹਿਬ ਦੀ ਕੈਸੀ ਪ੍ਰੀਤ ਹੈ। ਹਜੂਰ ਨੇ ਖਾਲਸਾ ਜੀ ਸਿੱਖ ਦੇ ਪੈਂਦੇ ਹੋਏ ਡੰਡੇ ਹਜੂਰ ਤੇ ਖਾਲਸਾ ਜੀ ਜਿਸ ਸਮੇਂ ਦੇਖੇ, ਤਤੀ ਤਵੀ ਦਾ ਤਾਂ ਸੇਕ ਹਜੂਰ ਜਰ ਗਏ, ਸਿੱਖ ਦੇ ਪੈਂਦੇ ਹੋਏ ਡੰਡੇ ਹਜੂਰ ਤੋਂ ਵੀ ਖਾਲਸਾ ਜੀ ਨਾ ਜਰੇ ਗਏ। ਹਜੂਰ ਕਹਿੰਦੇ ਹਨ, ਭਾਈ ਪ੍ਰਾਣਾ ਕਿਉਂ ਮਾਰ ਖਾਨਾ ਹੈ? ਇਹ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਹੈ, ਪਰਾਂ ਨੂੰ ਮੂੰਹ ਕਰ ਲਾ ਜੇ ਨਹੀਂ ਜਰਿਆ ਜਾਂਦਾ। ਇਹ ਖਾਲਸਾ ਜੀ ਐਸੀ ਪ੍ਰੀਤ ਹੈ ਹਜੂਰ ਦੀ। ਹਜੂਰ ਕਹਿੰਦੇ ਹਨ, ਰੇ ਮਨ ਰਾਮ ਸਿਉ ਕਰ ਪ੍ਰੀਤ। ਦੇਖ ਤੂੰ ਵੀ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨਾਲ ਪ੍ਰੀਤ ਕਰਿਆ ਕਰ। ਸ਼੍ਰਵਣ ਗੋਬਿੰਦ ਗੁਣ ਸੁਣੋ। ਮਹਾਰਾਜ ਜੀ, ਸਾਨੂੰ ਪ੍ਰੀਤ ਕਰਨੀ ਆਉਂਦੀ ਹੀ ਨਹੀਂ। ਹਜੂਰ, ਸਾਨੂੰ ਤਾਂ ਲੱਗਦਾ ਹੈ ਸਾਡੇ ਕੰਮ ਬੜੇ ਜ਼ਰੂਰੀ ਨੇ। ਮਹਾਰਾਜ ਜੀ, ਕੰਮਾਂ ਤੋਂ ਬਿਨਾਂ ਕਿੱਥੇ ਸਰਦਾ ਹੈ? ਤੁਸੀਂ ਤਾਂ ਕਹਿੰਦੇ ਹੋ ਸਤ ਸੰਗਤ ਕਰਿਆ ਕਰੋ। ਮਹਾਰਾਜ ਜੀ, ਇਹ ਤਾਂ ਅਸੀਂ ਸੋਚਿਆ ਇਹ ਤਾਂ ਵਿਹਲਿਆਂ ਦਾ ਕੰਮ ਹੈ, ਲੰਘਦੇ ਟੱਪਦੇ ਕਿਤੇ ਦਰਸ਼ਨ ਕਰ ਆਵਾਂਗੇ ਤੁਹਾਡੇ। ਪਰ ਮਹਾਰਾਜ ਜੀ, ਕਿੱਦਾਂ ਪ੍ਰੀਤ ਕਰੀਏ? ਸਾਨੂੰ ਕਰਨੀ ਨਹੀਂ ਆਉਂਦੀ। ਹਜੂਰ ਕਹਿੰਦੇ ਹਨ, ਗੁਰਸਿੱਖਾ ਪ੍ਰਵਾਹ ਨਾ ਕਰਿਆ ਕਰ, ਸ਼੍ਰਵਣ ਗੋਬਿੰਦ ਗੁਣ ਸੁਣੋ। ਆਪਣੇ ਕੰਨਾਂ ਨਾਲ ਕਥਾ ਕੀਰਤਨ ਸੁਣਿਆ ਕਰ। ਅਰ ਗਾਓ ਰਸਨਾ ਗੀਤ। ਦੇਖ, ਜੇ ਤੈਨੂੰ ਕਾਲ ਪੁਰਖ ਵਾਹਿਗੁਰੂ ਨੇ ਕੀਰਤਨ ਦੀ ਦਾਤ ਬਖਸ਼ੀ ਹੈ, ਬੜੀ ਅਮੁੱਲਕ ਦਾਤ ਬਖਸ਼ੀ ਹੈ। ਜੇ ਖਾਲਸਾ ਜੀ ਕਥਾ ਕਰਨ ਦੀ ਤੈਨੂੰ ਦਾਤ ਬਖਸ਼ੀ ਹੈ ਤਾਂ ਰਸਨਾ ਨਾਲ ਕਥਾ ਕਰਿਆ ਕਰ। ਅਤੇ ਖਾਲਸਾ ਜੀ, ਹਾਂਜੀ ਰਹਾਉ। ਅਤੇ ਖਾਲਸਾ ਜੀ, ਜੇ ਸੁਣਨ ਦੀ ਲਈ ਜੇ ਹਜੂਰ ਨੇ ਕੰਨ ਬਖਸ਼ੇ ਹਨ, ਸੁਣ ਦਾ ਮਹਾਤਮ ਸੁਣ ਤੇ ਕਰਨ ਨਾਲੋਂ 3 ਗੁਣਾ ਜ਼ਿਆਦਾ ਹੈ। ਕਹਤੇ ਪਵਿੱਤ ਸੁਣਤੇ ਪੁਨੀਤ। ਕਿਉਂਕਿ ਖਾਲਸਾ ਜੀ ਕਹਿਣ ਵਾਲੇ ਪਵਿੱਤਰ ਹੁੰਦੇ ਹਨ ਤੇ ਸੁਣਨ ਵਾਲੇ ਪੁਨੀਤ। ਕਿਉਂਕਿ ਖਾਲਸਾ ਜੀ ਪਵਿੱਤਰ 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 ਪੁਨੀਤ, ਜੇ 3 ਵਾਰੀ ਪਵਿੱਤਰ ਹੋਵੇ ਤਾਂ ਇੱਕ ਪੁਨੀਤ ਸ਼ਬਦ ਬਣਦਾ ਹੈ। ਹਜੂਰ ਕਹਿੰਦੇ ਹਨ ਕਿ ਸੰਗਤ ਵਿੱਚ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਦੇ ਗੀਤ ਸੁਣਿਆ ਕਰ। ਕਰ ਸਾਧ ਸੰਗਤ ਸਿਮਰ ਮਾਧੋ। ਕਰ ਸਾਧ ਸੰਗਤ। ਹੁਣ ਹਜੂਰ ਖਾਲਸਾ ਜੀ ਜਿਸ ਤਰ੍ਹਾਂ ਫਰਮਾ ਰਹੇ ਹਨ ਕਿ ਜਿਸ ਤਰ੍ਹਾਂ ਉਹਨਾਂ ਨੇ ਪੁੱਛਿਆ ਸੀ, ਹਜੂਰ ਮਹਾਰਾਜ ਜੀਆਂ ਨੂੰ ਮਿਲਣ ਦੇ ਸਾਧਨ ਦੱਸੋ। ਹਜੂਰ ਕਹਿੰਦੇ ਹਨ, ਸਾਧ ਸੰਗਤ ਕਰਿਆ ਕਰ। ਹਜੂਰ, ਕੈਸੀ ਸਾਧ ਸੰਗਤ ਕਰਿਆ ਕਰੀਏ? ਹਜੂਰ ਕਹਿੰਦੇ ਹਨ, ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਜੈਸੀ ਮਛਲੀ ਨੀਰ। ਦੇਖ, ਜਿਸ ਤਰ੍ਹਾਂ ਜਿਹੜੀ ਮੱਛੀ ਹੁੰਦੀ ਹੈ ਉਹ ਜਿਸ ਤਰ੍ਹਾਂ ਜਲ ਨਾਲ ਪ੍ਰੇਮ ਕਰਦੀ ਹੈ। ਕਿਉਂਕਿ ਖਾਲਸਾ ਜੀ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਜਿਉ ਅਧਕੋ ਤਿਉ ਸੁਖ ਘਣੋ, ਮਨ ਤਨ ਸ਼ਾਂਤ ਸਰੀਰ। ਜੇ ਬਹੁਤਾ ਮੱਛੀ ਨੂੰ ਜਲ ਮਿਲੇ, ਜ਼ਿਆਦੇ ਉਸ ਵਿੱਚ ਭਾਵ ਨਜ਼ਾਰੇ ਲੈਂਦੀ ਹੈ। ਜੇ ਕਿਤੇ ਥੋੜਾ ਜਲ ਹੋਵੇ ਤਾਂ ਖਾਲਸਾ ਜੀ ਉਸ ਦੀ ਇੰਨੀ ਤ੍ਰਿਪਤੀ ਨਹੀਂ ਹੁੰਦੀ। ਜਿਸ ਤਰ੍ਹਾਂ ਮੱਛੀ ਨੂੰ ਕਿਹਾ ਜਾਵੇ, ਤੂੰ ਇੱਕ ਘੜੀ ਵਾਸਤੇ ਤੂੰ ਪਾਣੀ ਵਿੱਚੋਂ ਬਾਹਰ ਆ ਜਾ, ਨਾ, ਕਦੇ ਮੱਛੀ ਜਲ ਵਿੱਚੋਂ ਬਾਹਰ ਨਹੀਂ ਆਉਂਦੀ। ਇਸੇ ਤਰ੍ਹਾਂ ਪ੍ਰੇਮ ਵਾਲੇ ਗੁਰਸਿੱਖ ਕਹਿੰਦੇ ਹਨ, ਥੋੜਾ ਸਮਾਂ ਅੱਜ ਕਥਾ ਕਿਉਂ ਹੋਈ ਹੈ ਬਾਬਾ ਜੀ? ਅਤੇ ਖਾਲਸਾ ਜੀ ਜਿਨ੍ਹਾਂ ਨੂੰ ਪ੍ਰੇਮ ਨਹੀਂ ਲੱਗਾ ਹੁੰਦਾ ਉਹ ਕਹਿੰਦੇ ਹਨ, ਇਹਨਾਂ ਨੂੰ ਕਿਨੇ ਦੱਸ ਛੱਡਿਆ ਹੈ 2-2 ਘੰਟੇ ਕਥਾ ਕਰਿਆ ਕਰੋ, ਇਹ ਤਾਂ ਵਿਹਲੇ ਹਨ। 2 ਮਿੰਟ ਸੰਗਤ ਕੀਤੀ ਬੜੀ ਹੁੰਦੀ ਹੈ। ਇੱਥੇ ਖਾਲਸਾ ਜੀ ਹੋਰ ਵੀ ਸੁਣਨ ਨੂੰ ਆਉਂਦਾ ਹੈ, ਜਦੋਂ ਕਿਸੇ ਦਾ ਭੋਗ ਹੋਵੇ, ਫਿਨਰਲ ਹੋਵੇ, ਵਿਆਹ ਹੋਵੇ, ਬਾਬਾ ਜੀ ਛੇਤੀ ਛੇਤੀ ਫੇਰੇ ਕਰ ਦੋ, ਸਾਡੇ ਕੋਲ ਸਮਾਂ ਨਹੀਂ ਹੈਗਾ। ਇੰਨਾ ਮਹਾਰਾਜ ਜੀਆਂ ਦਾ ਬਰਾਗ ਦਾ ਉਪਦੇਸ਼, ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਥ ਕੀਨ, ਕੰਨਾਂ ਵਿੱਚ ਹੀ ਨਹੀਂ ਪੈਂਦਾ। ਕਿਉਂਕਿ ਮੱਛੀ ਵਾਲੀ ਪ੍ਰੀਤ ਨਹੀਂ ਲੱਗੀ। ਜੇ ਮੱਛੀ ਵਾਲੀ ਪ੍ਰੀਤ ਲੱਗੀ ਹੁੰਦੀ ਤਾਂ ਹਜੂਰ ਕਹਿੰਦੇ ਹਨ, ਉਹ ਬਹੁਤਾ ਸਮਾਂ ਬੈਠੇ ਕੀਰਤਨ ਕਥਾ ਸੁਣਦੇ ਹਨ। ਅਤੇ ਖਾਲਸਾ ਜੀ ਇਸੇ ਤਰ੍ਹਾਂ ਜੇ ਨਿਤਨੇਮ ਨਾ ਹੋਵੇ ਕਿਸੇ ਦਿਨ, ਉਹ ਆਪਣੇ ਨਿਤਨੇਮ ਵਿੱਚ ਵੈਸੇ ਤਾਂ ਖਾਲਸਾ ਜੀ ਕਦੇ ਉਹ ਘਾਟਾ ਪੈਣ ਹੀ ਨਹੀਂ ਦਿੰਦੇ, ਸਮੇਂ ਤੋਂ ਖੁੰਝਦੇ ਨਹੀਂ। ਜੇ ਘਰ ਦੇ ਕੁਝ ਕਾਰਨਾਂ ਕਰਕੇ ਨਿਤਨੇਮ ਨਾ ਹੋਵੇ ਤਾਂ ਜਿਵੇਂ ਥੋੜੇ ਜਲ ਵਿੱਚ ਤੜਫ ਲੱਗੀ ਰਹਿੰਦੀ ਹੈ, ਸਾਰਾ ਦਿਨ ਉਹਨਾਂ ਨੂੰ ਤੜਫ
ਤੜਫ ਲੱਗੀ ਰਹਿੰਦੀ ਹੈ। ਅਤੇ ਖਾਲਸਾ ਜੀ ਆਪਣੀ ਕੀ ਹਾਲਤ ਹੈ, ਜੇ ਘਰ ਵਿੱਚ ਵਿਆਹ ਹੋਵੇ ਤਾਂ ਕਈ ਵਾਰ ਕਹਿੰਦੇ ਹਨ ਕੋਈ ਨਾ ਸ਼ਾਮ ਨੂੰ ਕਰ ਲਵਾਂਗੇ, ਕਰਨਾ ਕੀ ਕੋਈ ਨਾ ਸੁਣ ਹੀ ਲਵਾਂਗੇ। ਅਤੇ ਖਾਲਸਾ ਜੀ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ, ਅੱਜ ਨਹੀਂ ਤਾਂ ਕੋਈ ਨਾ ਅੱਜ ਦਾ ਵੀ ਕੱਲ ਨੂੰ ਕਰ ਲਵਾਂਗੇ। ਜਿੱਥੇ ਇੱਕ ਅੱਜ ਨਹੀਂ ਹੋਇਆ ਤੇ ਕੱਲ ਦੋ ਕਿਵੇਂ ਕਰ ਲੇਗਾ ਤੂੰ। ਇਸੇ ਤਰ੍ਹਾਂ ਖਾਲਸਾ ਜੀ ਹੌਲੀ ਹੌਲੀ ਨਿਤਨੇਮ ਤੋਂ ਵੀ ਜਾਂਦੇ ਹਨ, ਕਿਉਂਕਿ ਮਛਲੀ ਵਾਲੀ ਪ੍ਰੀਤ ਨਹੀਂ ਨਾ ਲੱਗੀ। ਇਸੇ ਤਰ੍ਹਾਂ ਖਾਲਸਾ ਜੀ ਜਿਹੜੇ ਮਹਾਰਾਜ ਜੀਆਂ ਦੇ ਗੁਰਸਿੱਖ ਹੁੰਦੇ ਹਨ, ਕਈ ਘੰਟੇ ਸਹਿਜ ਪਾਠ ਹੀ ਬੈਠੇ ਕਰਦੇ ਰਹਿੰਦੇ ਹਨ, ਕਿਉਂਕਿ ਜਦੋਂ ਜਲ ਤੋਂ ਬਾਹਰ ਨਿਕਲ ਕੇ ਦੇਖਦੇ ਹਨ, ਭਾਵ ਸੰਸਾਰ ਵੱਲ ਦੇਖਦੇ ਹਨ, ਇੰਨੀ ਆਗੀ ਲੱਗੀ ਹੋਈ ਹੈ, ਕੋਈ ਆਪਣਾ ਨਹੀਂ। ਅਤੇ ਖਾਲਸਾ ਜੀ ਦੇਖਦੇ ਹਨ ਆਪਣੇ ਹੀ ਸੁੱਖ ਸਿਉਂ ਸਭ ਲਾਗੇ, ਸਾਰੇ ਹੀ ਆਪਦੇ ਸੁੱਖਾਂ ਨਾਲ ਲੱਗੇ ਹਨ। ਝੂਠ ਕਹਿੰਦੇ ਹਨ ਤੈਨੂੰ ਪ੍ਰੇਮ ਕਰਦੇ ਹਨ। ਅਤੇ ਖਾਲਸਾ ਜੀ ਜਿਸ ਸਮੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਸਿੱਧ ਪੁੱਛਦੇ ਹਨ, ਹਜੂਰ ਆਪ ਜੀਆਂ ਨੂੰ ਬਾਣੀ ਦੀ ਕੈਸੀ ਪ੍ਰੀਤ ਲੱਗਦੀ ਹੈ। ਹਜੂਰ ਕਹਿੰਦੇ ਹਨ, ਸਿੱਧੋ ਮਾਰੂ ਮੀਹ ਨਾ ਤ੍ਰਿਪਤਿਆ, ਅੱਗੀ ਲਹਿ ਨਾ ਭੁੱਖ। ਜਿਸ ਤਰ੍ਹਾਂ ਕਹਿੰਦੇ ਹਨ ਮਾਰੂ ਥਲ ਤੇ ਜਿੰਨਾ ਮਰਜੀ ਮੀਂਹ ਪਿਆ ਜਾਵੇ, ਮਾਰੂ ਥਲ ਕਦੇ ਰੱਜਿਆ ਨਹੀਂ ਕਰਦਾ। ਇਸੇ ਤਰ੍ਹਾਂ ਅੱਗ ਦੇ ਵਿੱਚ ਜਿੰਨੇ ਮਰਜੀ ਲੱਕੜਾਂ ਸੁੱਟੀ ਜਾਵੇ, ਕਦੇ ਅੱਗ ਕਹਿੰਦੀ ਹੈ ਬਸ ਕਰੋ ਹੁਣ ਮੈਂ ਲੱਕੜਾਂ ਨਾਲ ਰੱਜ ਗਈ ਹਾਂ। ਇਸੇ ਤਰ੍ਹਾਂ ਹਜੂਰ ਕਹਿੰਦੇ ਹਨ ਰਾਜਾ ਰਾਜ ਨਾ ਤ੍ਰਿਪਤਿਆ। ਅਤੇ ਜੇ ਕੋਈ ਰਾਜਾ ਹੋਵੇ ਉਹਨੂੰ ਪੁੱਛ ਲਈਏ ਤੈਨੂੰ ਹੋਰ ਰਾਜ ਦੇ ਦਈਏ, ਉਹਨੇ ਕਦੇ ਰੱਜਣਾ ਹੀ ਨਹੀਂ। ਉਹਨੇ ਆਖਣਾ ਮੈਂ ਧਰਤੀ ਦਾ ਰਾਜ ਵੀ ਥੋੜਾ ਲੱਗਦਾ ਹੈ, ਦੂਜੇ ਗ੍ਰਹਿਾਂ ਤੇ ਵੀ ਕਹਿੰਦਾ ਮੈਂ ਰਾਜ ਕਰਾਂਗਾ। ਇਸੇ ਤਰ੍ਹਾਂ ਸਾਇਰ ਭਰੇ ਕੇ ਸੁੱਕ, ਭਾਵ ਸਮੁੰਦਰ ਦੇ ਵਿੱਚ ਕਿੰਨੀਆਂ ਨਦੀਆਂ ਆ ਕੇ ਪੈਂਦੀਆਂ ਹਨ, ਭਾਵ ਸਮੁੰਦਰ ਕਦੇ ਰੱਜਦਾ ਹੈ। ਮਹਾਰਾਜ ਜੀ ਕਹਿੰਦੇ ਹਨ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ। ਹਜੂਰ ਕਹਿੰਦੇ ਹਨ ਸੱਚੇ ਨਾਮ ਦੀ ਕੈਸੀ ਪ੍ਰੀਤ ਲੱਗਦੀ ਹੈ ਸਾਨੂੰ, ਸਿੱਧੋ ਤੁਹਾਨੂੰ ਕੀ ਦੱਸਣਾ ਕਰੇ। ਹਜੂਰ ਕਹਿੰਦੇ ਹਨ ਕਰ ਸਾਧ ਸੰਗਤ। ਜਿਸ ਤਰ੍ਹਾਂ ਮੱਛੀ ਪਾਣੀ ਵਿੱਚ ਰਹਿੰਦੀ ਹੈ, ਤੂੰ ਸਾਧ ਸੰਗਤ ਵਿੱਚ ਰਿਹਾ ਕਰ। ਅਤੇ ਇਸ ਤਰ੍ਹਾਂ ਜਦੋਂ ਖਾਲਸਾ ਜੀ ਸਾਧ ਸੰਗਤ ਨਾ ਮਿਲੇ ਤਾਂ ਜਿੱਦਾਂ ਮੱਛੀ ਤੜਫਦੀ ਹੈ, ਪ੍ਰੇਮ ਵਾਲੇ ਗੁਰਸਿੱਖਾਂ ਦੇ ਹਿਰਦੇ ਇਸ ਤਰ੍ਹਾਂ ਤੜਫਦੇ ਹਨ। ਫਿਰ ਸਿਮਰ ਮਾਧੋ। ਅਤੇ ਖਾਲਸਾ ਜੀ ਇਸੇ ਤਰ੍ਹਾਂ ਹਜੂਰ ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰਿਆ ਕਰ, ਇਸੇ ਤਰ੍ਹਾਂ ਹੀ ਕਰ ਸਾਧ ਸੰਗਤ। ਘਰ ਸਾਧ ਸੰਗਤ ਸਿਮਰ ਮਾਧੋ। ਤਾਂ ਹਜੂਰ ਕਹਿੰਦੇ ਹਨ ਦੇਖ ਜੇ ਤੇਰੀ ਮੱਛੀ ਵਾਲੀ ਪ੍ਰੀਤ ਨਾ ਪਈ, ਇਹਦਾ ਮਤਲਬ ਹੈ ਤੇਰੀ ਜਿਹੜੀ ਪ੍ਰੀਤ ਹੈ ਮਤਲਬ ਦੀ ਪ੍ਰੀਤ ਹੈ, ਤੂੰ ਮਤਲਬ ਕਰਕੇ ਹਜੂਰ ਕੋਲ ਆਉਂਦਾ ਹੈ। ਅਤੇ ਖਾਲਸਾ ਜੀ ਬਿਨ ਜਲ ਘੜੀ ਨਾ ਜੀਵਈ, ਪ੍ਰਭ ਜਾਣੈ ਅਬ ਪੀਰ। ਜੋ ਇਹ ਮੱਛੀ ਦੀ ਤੇ ਜਲ ਦੀ ਪ੍ਰੀਤ ਹੈ, ਇਹ ਇੱਕ ਅੰਗੀ ਪ੍ਰੀਤ ਮੰਨੀ ਗਈ ਹੈ। ਜਿਸ ਤਰ੍ਹਾਂ ਭਾਵ ਜਦੋਂ ਮੱਛੀ ਨੂੰ ਜਲ ਵਿੱਚੋਂ ਕੱਢ ਲਿਆ ਜਾਂਦਾ ਹੈ, ਮੱਛੀ ਤੜਫਦੀ ਹੈ ਪਰ ਪਾਣੀ ਨੂੰ ਕੋਈ ਅਸਰ ਨਹੀਂ ਹੁੰਦਾ। ਇੱਥੋਂ ਤਿੱਕਰ ਕਿਹਾ ਜਾਂਦਾ ਹੈ ਜਿਹੜੇ ਮੱਛੀ ਖਾਣ ਵਾਲੇ ਹੁੰਦੇ ਹਨ, ਜਦੋਂ ਉਸ ਨੂੰ ਮੱਛੀ ਨੂੰ ਕੱਟ ਕੇ ਭਾਵ ਉਸ ਨੂੰ ਮਸਾਲੇ ਆਦਿਕ ਕੋਈ ਜਿੱਦਾਂ ਸਬਜ਼ੀ ਜਿਸ ਤਰ੍ਹਾਂ ਵੀ ਬਣਾਉਂਦੇ ਹਨ, ਬਣਾ ਕੇ ਜਦੋਂ ਖਾ ਲੈਂਦਾ ਹੈ ਉਹ ਬੰਦਾ ਢਿੱਡ ਵਿੱਚ ਚਲੇ ਜਾਂਦੀ ਹੈ। ਉਹ ਬੰਦਾ ਸਿਆਲਾਂ ਦੇ ਦਿਨਾਂ ਵਿੱਚ ਵੀ ਪਾਣੀ ਮੰਗਦਾ ਹੈ। ਜਦੋਂ ਉਹ ਪਾਣੀ ਮੰਗੇ ਕਹਿ ਦਿੰਦੇ ਹਨ ਤੂੰ ਮੱਛੀ ਖਾਧੀ ਹੈ, ਕਹਿੰਦਾ ਹਾਂ ਮੈਂ ਮੱਛੀ ਖਾਧੀ ਹੈ। ਕਿਉਂਕਿ ਖਾਲਸਾ ਜੀ ਕੱਟ ਵੱਢ ਕੇ ਵੀ ਭਾਵ ਜਦੋਂ ਜਿਸ ਤਰ੍ਹਾਂ ਢਿੱਡ ਵਿੱਚ ਚਲੇ ਗਈ ਉੱਥੇ ਵੀ ਉਸਨੇ ਪਾਣੀ ਦੀ ਪ੍ਰੀਤ ਨਾ ਛੱਡੀ। ਇਸੇ ਤਰ੍ਹਾਂ ਗੁਰਸਿੱਖ ਕਹਿੰਦੇ ਹਨ ਮਹਾਰਾਜ ਜੀ ਸਾਡਾ ਟੋਟੇ ਹੋ ਜਾਣ, ਜਿਸ ਤਰ੍ਹਾਂ ਪ੍ਰਤੱਖ ਗੁਰਸਿੱਖਾਂ ਨੇ ਕਰਕੇ ਵਿਖਾ ਦਿੱਤਾ ਸੀ। ਭਾਈ ਮਣੀ ਸਿੰਘ ਜੀ ਕਹਿੰਦੇ ਹਨ ਤਨ ਗੰਦਗੀ ਕੀ ਕੋਠੜੀ, ਹਰ ਹੀਰਿਆਂ ਕੀ ਖਾਣ, ਜੇ ਸਿਰ ਦਿੱਤਿਆਂ ਹਰ ਮਿਲੈ ਤਾਂ ਵੀ ਸਸਤਾ ਜਾਣ। ਜਦੋਂ ਖਾਲਸਾ ਜੀ ਪੋਟੇ ਦਾ ਬੰਦ ਛੱਡ ਕੇ ਗੁੱਟ ਦੇ ਬੰਦ ਤੇ ਜੋ ਖਾਲਸਾ ਜੀ ਜਲਾਦ ਸੀ ਟੱਕ ਲਾਉਣ ਲੱਗਾ, ਭਾਈ ਮਣੀ ਸਿੰਘ ਜੀ ਕਹਿੰਦੇ ਹਨ ਬੰਦ ਕੋ ਜਾਣਤ ਨਾਹੀ, ਤੈਨੂੰ ਪਤਾ ਨਹੀਂ ਬੰਦ ਕੀ ਹੁੰਦੇ ਹਨ। ਇੱਧਰ ਦੇਖ ਆ ਮੇਰੀ ਉਂਗਲ ਦਾ ਪਹਿਲਾ ਬੰਦ ਕੱਟ ਤੂੰ। ਜਲਾਦ ਹੈਰਾਨ ਰਹਿ ਗਿਆ, ਯਾ ਖੁਦਾ ਕੈਸਾ ਦਰਵੇਸ਼ ਹੈ, ਕੈਸੀ ਇਹਦੇ ਵਿੱਚ ਗੁਰਸਿੱਖੀ ਦਰਿਆ ਵਾਂਗੂ ਚੱਲਦੀ ਹੈ। ਰੋਮ ਵਿੱਚੋਂ ਵਾਹਿਗੁਰੂ ਦੀ ਆਵਾਜ਼ ਆਉਂਦੀ ਸੀ। ਇਸੇ ਤਰ੍ਹਾਂ ਹਜੂਰ ਕਹਿੰਦੇ ਹਨ ਦੇਖ ਜੇ ਤੇਰੀ ਐਸੀ ਪ੍ਰੀਤ ਨਹੀਂ ਲੱਗੀ, ਮਤਲਬ ਦੀ ਪ੍ਰੀਤ ਹੈ। ਕਿਉਂਕਿ ਖਾਲਸਾ ਜੀ ਬਿਨ ਜਲ ਘੜੀ ਨਾ ਜੀਵਈ, ਪ੍ਰਭ ਜਾਣੈ ਅਬ ਪੀਰ। ਅਬ ਹਿਰਦੇ ਨੂੰ ਕਹਿੰਦੇ ਹਨ, ਹਿਰਦੇ ਦੀ ਪੀੜਾ ਅਕਾਲ ਪੁਰਖ ਵਾਹਿਗੁਰੂ ਜਾਣਦਾ ਹੈ। ਕਿਉਂਕਿ ਖਾਲਸਾ ਜੀ ਪ੍ਰੇਮ ਵਾਲੇ ਭਗਤਾਂ ਨੂੰ ਅਕਾਲ ਪੁਰਖ ਵਾਹਿਗੁਰੂ ਕਹਿੰਦਾ ਹੈ ਭਗਤਾ ਮੁਖ ਤੋਂ ਮੰਗ ਕੇ ਮੈਨੂੰ ਕਦੇ ਸ਼ਰਮਿੰਦਾ ਨਾ ਕਰੀ, ਫੁਰਨਾ ਕਰੀ, ਤੇਰੇ ਲਈ ਤਤਕਾਲ ਉੱਥੇ ਹਾਜ਼ਰ ਹੋਵਾਂਗੇ।
ਘਟ ਘਟ ਕੇ ਅੰਤਰ ਕੀ ਜਾਣਤ। ਭਗਤਾਂ ਦੇ ਤਾਂ ਦਿਲਾਂ ਦਿਲਾਂ ਦੀ ਅਕਾਲ ਪੁਰਖ ਵਾਹਿਗੁਰੂ ਜਾਣਦਾ ਹੈ। ਜਿਸ ਤਰ੍ਹਾਂ ਭਗਤ ਨਾਮਦੇਵ ਜੀ ਨੂੰ ਕਹਿੰਦੇ ਹਨ, ਜਦੋਂ ਪੰਡਤਾਂ ਨੇ ਮੰਦਿਰ ਤੋਂ ਬਾਹਰ ਕੱਢ ਦਿੱਤਾ, ਮਹਾਰਾਜ ਜੀਆਂ ਨੂੰ ਭਗਤ ਨਾਮਦੇਵ ਜੀ ਕਹਿੰਦੇ ਹਨ, ਮਹਾਰਾਜ ਜੀ ਇਹ ਭਗਤਾਂ ਨੇ ਨਿਰਾਦਰ ਕਰਦੇ ਹਨ ਅਤੇ ਖਾਲਸਾ ਜੀ ਮੇਰੀ ਛੋਟੀ ਜਾਤ ਮਹਾਰਾਜ ਜੀ ਤੁਸੀਂ ਕਿਉਂ ਬਣਾਉਣੀ ਸੀ। ਹਿੰਦੜੀ ਜਾਤ ਮੇਰੀ ਜਾਦ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਮਹਾਰਾਜ ਜੀ ਜੇ ਮੈਂ ਨਾਮ ਹੀ ਨਹੀਂ ਸੀ ਜਪ ਸਕਦਾ ਤਾਂ ਛੀਂਬੇ ਦੀ ਜਾਤ ਵਿੱਚ ਮੈਨੂੰ ਕਾਹਤੋਂ ਪਾਉਣਾ ਕੀਤਾ। ਮਹਾਰਾਜ ਜੀ ਕਹਿੰਦੇ ਹਨ, ਨਾਮਦੇਵ ਇਹਨਾਂ ਨੂੰ ਅਸੀਂ ਮੁਕਤ ਥੋੜੀ ਨਾ ਕਰਨਾ ਹੈ, ਤੈਨੂੰ ਤਾਂ ਮੁਕਤ ਕਰ ਦੇਣਾ ਹੈ। ਨਾਮਦੇਵ ਜੀ ਕਹਿੰਦੇ ਹਨ, ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੈ ਕੋਇਲਾ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਜੇ ਮਰੇ ਹੋਏ ਨੂੰ ਮੁਕਤ ਜੇ ਤੁਸੀਂ ਮੈਨੂੰ ਦਓਗੇ ਤਾਂ ਮੁਕਤੀ ਕਿਹੜਾ ਇਹਨਾਂ ਪੰਡਤਾਂ ਨੇ ਦੇਖਣੀ ਹੈ। ਇਹ ਪੰਡਿਆ ਮੋਹ ਕੋ ਡੇਢ ਕਹਿਤ ਹੈ, ਤੇਰੀ ਪੈਜ ਪਿਛੌਡੀ ਹੋਏਲਾ। ਭਾਵ ਇਹ ਪੰਡਿਆ ਮੈਨੂੰ ਨਰਾਦਰੀ ਦੇ ਸ਼ਬਦ ਬੋਲੇ ਹਨ, ਇਹ ਮੈਨੂੰ ਨਹੀਂ ਬੋਲੇ, ਤੇਰੇ ਭਗਤ ਨੂੰ ਬੋਲੇ ਹਨ। ਤੇਰੀ ਭਗਤੀ ਤੇ ਜੱਗ ਦੇ ਲੋਕ ਉਂਗਲਾ ਕਰਨਗੇ ਕਿ ਅਕਾਲ ਪੁਰਖ ਵਾਹਿਗੁਰੂ ਦੇ ਭਗਤ ਦੀ ਨਰਾਦਰੀ ਹੋਈ ਹੈ। ਅਕਾਲ ਪੁਰਖ ਵਾਹਿਗੁਰੂ ਨੇ ਫੇਰ ਦਿਆ ਦੇਹਰਾ ਨਾਮੇ ਕੋ, ਪੰਡੀਅਨ ਕੋ ਪਿਛਵਾਰਲਾ। ਭਾਵ ਕਿ ਜਿਸ ਸਮੇਂ ਉਹ ਧਰਤੀ ਹੀ ਅਕਾਲ ਪੁਰਖ ਵਾਹਿਗੁਰੂ ਨੇ ਓਨੀ ਘੁਮਾਤੀ, ਜਿਸ ਜਗ੍ਹਾ ਵੱਲ ਪੰਡਤ ਸੀ ਮੁੱਖ ਦਰਵਾਜ਼ੇ ਵੱਲ, ਉਹਨਾਂ ਵੱਲ ਮੰਦਰ ਨੇ ਪਿੱਠ ਕਰ ਦਿੱਤੀ। ਅੱਜ ਵੀ ਉਹ ਮੰਦਰ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀਆਂ ਦੇ ਪਾਸ ਹੀ ਥੋੜੀ ਦੂਰੀ ਤੇ ਅਤੇ ਖਾਲਸਾ ਜੀ ਨੰਦੇੜ ਸਾਹਿਬ ਤੋਂ ਮਹਾਰਾਸ਼ਟਰਾ ਦੀ ਧਰਤੀ ਤੇ ਹੈ, ਜਿਸ ਜਗ੍ਹਾ ਤੇ ਅਕਾਲ ਪੁਰਖ ਵਾਹਿਗੁਰੂ ਨੇ ਪ੍ਰਤੱਖ ਹੀ ਮੰਦਰ ਫੇਰ ਦਿੱਤਾ ਸੀ। ਐਸੀ ਖਾਲਸਾ ਜੀ ਹਜੂਰ ਕਹਿੰਦੇ ਹਨ, ਅਕਾਲ ਪੁਰਖ ਦੇ ਜੋ ਪ੍ਰੇਮ ਵਾਲੇ ਗੁਰਸਿੱਖ ਹੁੰਦੇ ਹਨ, ਸਤ ਸੰਗਤ ਵਿੱਚ ਮੱਛੀ ਦੀ ਨਿਆਈ ਰਹਿੰਦੇ ਹਨ। ਸਿਮਰ ਮਾਧੋ। ਮਹਾਰਾਜ ਜੀ ਸਿਮਰਨ ਕਿਵੇਂ ਕੀਤਾ ਜਾਵੇ, ਸਾਨੂੰ ਤਾਂ ਸਿਮਰਨ ਕਰਨਾ ਵੀ ਨਹੀਂ ਆਉਂਦਾ। ਮਹਾਰਾਜ ਜੀ ਕਹਿੰਦੇ ਹਨ, ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਜੈਸੀ ਚਾਤਰਿਕ ਮੇਹ। ਜਿਸ ਤਰ੍ਹਾਂ ਖਾਲਸਾ ਜੀ ਜੋ ਚਾਤਰਿਕ ਹੁੰਦਾ ਹੈ, ਪਪੀਹਾ ਜਿਸ ਨੂੰ ਬਬੀਹਾ ਕਿਹਾ ਜਾਂਦਾ ਹੈ, ਜਿਸ ਤਰ੍ਹਾਂ ਉਹ ਖਾਲਸਾ ਜੀ ਸਵਾਂਤੀ ਬੂੰਦ ਲਈ ਪੁਨः ਤੜਫਦਾ ਹੈ। ਵਾਹਿਗੁਰੂ। ਜਿਸ ਤਰ੍ਹਾਂ ਉਹ ਸਵਾਂਤੀ ਬੂੰਦ ਲਈ ਪੁਨः ਤੜਫਦਾ ਹੈ ਅਤੇ ਖਾਲਸਾ ਜੀ ਹਜੂਰ ਕਹਿੰਦੇ ਹਨ ਕਿ ਐਸੀ ਤੂੰ ਪ੍ਰੀਤ ਕਰਿਆ ਕਰ। ਸਾਧ ਸੰਗਤ ਜੀ ਜੋ ਬਬੀਹਾ ਹੁੰਦਾ ਹੈ, ਜਿਸ ਸਮੇਂ ਖਾਲਸਾ ਜੀ ਵਰਖਾ ਦੀ ਮੰਨੀ ਜਾਂਦੀ ਹੈ, ਜੋ ਪਹਿਲੀ ਬੂੰਦ ਹੁੰਦੀ ਹੈ ਸਵਾਂਤੀ ਬੂੰਦ, ਉਹ ਚਾਤਰਿਕ ਆਪਣਾ ਮੂੰਹ ਉੱਪਰ ਨੂੰ ਟੱਟਦਾ ਹੈ। ਜਿਸ ਤਰ੍ਹਾਂ ਹਜੂਰ ਕਹਿੰਦੇ ਹਨ, ਬਾਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਮਿਹਗੇ ਨੂੰ ਫਰਮਾਨ ਹੋਆ ਵਰਸੋ। ਅਤੇ ਖਾਲਸਾ ਜੀ ਇਸੇ ਤਰ੍ਹਾਂ ਜਿਸ ਸਮੇਂ ਹਜੂਰ ਕਹਿੰਦੇ ਹਨ, ਜੋ ਬਬੀਹਾ ਇੱਕ ਦੇਖ ਜਾਨਵਰ ਹੈ, ਜਿਸ ਸਮੇਂ ਉਸਨੇ ਤਾਂ ਮੂੰਹ ਕੱਢ ਕੇ ਪ੍ਰਿਓ ਕੀਤੀ, ਤਾਂ ਉਸ ਸਮੇਂ ਅਕਾਲ ਪੁਰਖ ਵਾਹਿਗੁਰੂ ਨੇ ਬੱਦਲਾਂ ਨੂੰ ਹੁਕਮ ਕੀਤਾ ਕਿ ਭਾਵ ਮੋੜੇ ਧਰ ਮੀਂਹ ਵਰਸਾ ਦਿੱਤਾ ਜਾਵੇ, ਕਿਉਂਕਿ ਉਹ ਬਬੀਹੇ ਦੀ ਪਿਆਸ ਉਹ ਬੱਦਲ ਭਾਵ ਉਹ ਮਿਟਾ ਸਕਦੇ ਹਨ ਸਵਾਂਤੀ ਬੂੰਦ। ਹਜੂਰ ਕਹਿੰਦੇ ਹਨ, ਦੇਖ ਤੂੰ ਵੀ ਬਬੀਹੇ ਵਾਂਗੂ ਪ੍ਰਿਓ ਕਰਿਆ ਕਰ। ਉਹ ਤਾਂ ਇੱਕ ਜਾਨਵਰ ਹੈ, ਪਰ ਤੂੰ ਤਾਂ ਫਿਰ ਵੀ ਖਾਲਸਾ ਜੀ ਇੱਕ ਮਨੁੱਖ ਹੈ, ਤੂੰ ਤਾਂ ਬੋਲ ਸਕਦਾ ਹੈ। ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਤੇਰੀ ਪ੍ਰੇਮ ਦੀ ਰੀਤ ਹਜੂਰ ਕਿਉਂ ਨਾ ਜਾਣਨਗੇ। ਜਿਸ ਤਰ੍ਹਾਂ ਸਰ ਭਰ ਥਲ ਹਰੀਆਵਲੇ, ਇੱਕ ਬੂੰਦ ਨਾ ਪਵਈ ਕੇਹ। ਭਾਵ ਇੰਨੇ ਸਮੁੰਦਰ ਹਨ, ਇੰਨੇ ਸੰਸਾਰ ਦੇ ਵਿੱਚ ਨਦੀਆਂ ਹਨ, ਟਿੱਬੇ ਟੋਏ ਹਨ, ਉਹ ਖਾਲਸਾ ਜੀ ਬਬੀਹੇ ਦੀ ਪਿਆਸ ਨਹੀਂ ਮਿਟਾ ਸਕਦੇ। ਸਿਰਫ ਇੱਕ ਬੂੰਦ ਹੈ, ਕਿਉਂਕਿ ਖਾਲਸਾ ਜੀ ਬਬੀਹਾ ਉੱਥੋਂ ਪਾਣੀ ਤਾਂ ਪੀ ਲੈਂਦਾ ਹੈ, ਉਹਦੇ ਗਲੇ ਵਿੱਚ ਛੇਦ ਹੁੰਦਾ ਹੈ, ਜਿਸ ਕਰਕੇ ਉਹ ਪਾਣੀ ਫਿਰ ਬਾਹਰ ਆ ਜਾਂਦਾ ਹੈ। ਜਿਸ ਸਮੇਂ ਉਹ ਤਾਂ ਨੂੰ ਮੂੰਹ ਅੱਡਦਾ ਹੈ, ਉਹ ਜਦੋਂ ਵਰਖਾ ਦੀ ਪਹਿਲੀ ਬੂੰਦ ਪੈਂਦੀ ਹੈ, ਉਸ ਨਾਲ ਉਸ ਦੀ ਪਿਆਸ ਮਿਟਦੀ ਹੈ। ਇਸੇ ਤਰ੍ਹਾਂ ਖਾਲਸਾ ਜੀ ਸਭ ਕੁਝ ਜਿਸ ਤਰ੍ਹਾਂ ਸਿੱਖਤਾ ਲਿਆ ਹੈ, ਇਸ ਤਰ੍ਹਾਂ ਆ ਹੁੰਦੇ ਹਨ, 5 ਪ੍ਰਕਾਰ ਦੇ ਭਰਮ ਹੁੰਦੇ ਹਨ। ਇਸ ਤਰ੍ਹਾਂ ਆ ਬੁੱਧੀ ਹੁੰਦੀ ਹੈ, ਆ ਬੈਖਰੀ ਬਾਣੀ ਹੁੰਦੀ ਹੈ, ਸਭ ਕੁਝ ਸਿੱਖ ਲਿਆ। ਪਰ ਖਾਲਸਾ ਜੀ ਜੇ ਮਹਾਰਾਜ ਜੀਆਂ ਨਾਲ ਪ੍ਰੇਮ ਹੀ ਨਾ ਪਾਇਆ, ਕਿਉਂਕਿ ਖਾਲਸਾ ਜੀ ਉਹ ਪ੍ਰੇਮ ਦੀ ਬੂੰਦ ਗੁਰੂ ਸਾਹਿਬ ਜੀ ਜਦੋਂ ਕਿਰਪਾ ਕਰਦੇ ਹਨ, ਗੁਰੂ ਰੂਪ ਬੱਦਲ ਵਰਸਦਾ ਹੈ, ਤਾਂ ਗੁਰਸਿੱਖਾਂ ਦੇ ਸੁੱਕੇ ਹੋਏ ਹਿਰਦੇ ਹਰੇ ਹੋ ਜਾਂਦੇ ਹਨ। ਜਿਸ ਤਰ੍ਹਾਂ ਬਬੀਹੇ ਦੀ ਪਿਆਸ ਮਿਟ ਗਈ ਸੀ ਅਤੇ ਖਾਲਸਾ ਜੀ ਇਸੇ ਤਰ੍ਹਾਂ ਕਥਾ ਸੁਣਦੇ ਹੋਏ ਉਹਨਾਂ ਦੇ ਮਨ ਪ੍ਰੇਮ ਵਾਲੇ ਗੁਰਸਿੱਖਾਂ ਦੇ
ਉਸੇ ਦੇਸ਼ ਵਿੱਚ ਹੀ ਪਹੁੰਚ ਜਾਂਦੇ ਹਨ ਜਿੱਥੋਂ ਦੀ ਕਥਾ ਹੋ ਰਹੀ ਹੁੰਦੀ ਹੈ। ਐਸੀ ਬਬੀਹੇ ਵਾਲੀ ਪਿਆਸ ਲੱਗ ਜਾਂਦੀ ਹੈ। ਜਿਸ ਤਰ੍ਹਾਂ ਪਾਠ ਕਰਦੇ ਹਨ, ਬਬੀਹੇ ਦੀ ਨਿਆਈ ਘੁੱਟਾਂ ਭਰ ਭਰ ਸਵਾਂਤੀ ਬੂੰਦ ਦੀਆਂ ਗੁਰਸਿੱਖ ਪ੍ਰੇਮ ਵਾਲੇ ਰੱਜਦੇ ਹੀ ਨਹੀਂ ਹਨ। ਅਤੇ ਖਾਲਸਾ ਜੀ ਜਿਸ ਤਰ੍ਹਾਂ ਬਚਨ ਆਉਂਦੇ ਹਨ, ਸਰਵਨ ਹੰਸ ਧੁਰੇ ਹੀ ਮੇਲਾ, ਖਸਮੈ ਏਵੇ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾ ਕਾ ਖਾਣਾ। ਭਾਵ ਸਰਵਰ ਦੇ ਵਿੱਚ ਜੋ ਹੀਰੇ ਮੋਤੀ ਹੁੰਦੇ ਹਨ, ਹੰਸਾਂ ਦਾ ਤਾਂ ਉਹੀ ਖਾਣਾ ਹੁੰਦਾ ਹੈ। ਉਹ ਆਸੇ ਪਾਸੇ ਦੀ ਕਈ ਵਾਰਾਂ ਖਾਲਸਾ ਜੀ ਕਿਤੇ ਵੀ ਚਲੇ ਜਾਣ, ਕਈ ਵਾਰ ਸੰਸਾਰੀ ਸੋਚਦੇ ਹਨ ਜੋ ਬ੍ਰਹਮ ਗਿਆਨੀ ਸਾਧੂ ਮਹਾਤਮਾ ਹਨ, ਜੇ ਕਿਤੋਂ ਅੱਗੋਂ ਕੋਈ ਉਹਨਾਂ ਨੂੰ ਵੀ ਫੁਰਨਾ ਉੱਠਦਾ ਹੋਵੇਗਾ, ਖਾਲਸਾ ਜੀ ਇਹ ਹੰਸਾਂ ਦਾ ਖਾਣਾ ਹੀ ਨਹੀਂ ਹੁੰਦਾ। ਇਹ ਤਾਂ ਖਾਲਸਾ ਜੀ ਬਗੁਲਾ ਕਾਗ ਨਾ ਰਹੀ ਸਰਵਰ, ਜੇ ਹੋਵੇ ਅਤ ਸਿਆਣਾ। ਭਾਵ ਜਿਹੜੇ ਕਾਂ ਜਾਂ ਬਗਲੇ ਹਨ, ਕਾਂ ਦੀ ਨਿਆਈ ਜਿਨ੍ਹਾਂ ਦੇ ਮਨ ਬੜੇ ਗੰਦੇ ਹਨ, ਬਗਲੇ ਦੀ ਨਿਆਈ ਜਿਹੜੇ ਐਵੇਂ ਹੀ ਝੂਠੀਆਂ ਸਮਾਧੀਆਂ ਲਾ ਲਾ ਕੇ ਭਰਮਾਉਂਦੇ ਹਨ, ਮਨ ਵਿੱਚ ਕੋਈ ਪ੍ਰੇਮ ਨਹੀਂ। ਬਾਹਰ ਜਾ ਕੇ ਫਿਰ ਇੱਥੋਂ ਤਾਂ ਸੁਣਿਆ ਸੀ ਉਪਦੇਸ਼ ਹਜੂਰ ਦਾ ਕਿ ਪ੍ਰੀਤ ਐਸੀ ਹੈ, ਬਾਹਰ ਜਾ ਕੇ ਫਿਰ ਉਵੇਂ ਦੇ ਉਵੇਂ। ਅਤੇ ਖਾਲਸਾ ਜੀ ਕਈ ਵਾਰ ਸਤ ਸੰਗਤ ਵਿੱਚ ਬਹਿਣ ਦਾ ਵੱਲ ਵੀ ਨਹੀਂ ਆਉਂਦਾ। ਸੰਗਤ ਵਿੱਚ ਜਦੋਂ ਆਈਏ ਆਪਣੇ ਫੋਨ ਬੰਦ ਕਰਕੇ ਆਉਣੇ ਚਾਹੀਦੇ ਹੁੰਦੇ ਹਨ। ਅਤੇ ਇਸੇ ਤਰ੍ਹਾਂ ਸਾਧ ਸੰਗਤ ਦੇ ਵਿੱਚ ਜਾ ਕੇ ਆਪਾਂ ਆਪਦੀਆਂ ਹੀ ਗੱਲਾਂ ਕਰਨੀਆਂ ਹਨ। ਬਾਜਾਂ ਵਾਲੇ ਪਿਤਾ ਜੀਆਂ ਦੇ ਬਚਨ ਹਨ, ਸਤ ਸੰਗਤ ਮੈਂ ਬਾਤ ਚਲਾਵੈ, ਸੋ ਤਨਖਾਈਆ ਵੱਡੋ ਕਹਾਵੈ। ਇਹ ਹਜੂਰ ਦੇ ਬਚਨ ਹਨ। ਜੇ ਖਾਲਸਾ ਜੀ ਹਜੂਰ ਦੇ ਜਾਣ ਕੇ ਹਿਰਦੇ ਵਿੱਚ ਵਸਾਵਾਂਗੇ, ਸੱਚ ਹੁੰਦਾ ਤਾਂ ਕੌੜਾ ਹੈ, ਪਰ ਖਾਲਸਾ ਜੀ ਇਹਦੇ ਵਰਗੀ ਕੋਈ ਦਵਾਈ ਵੀ ਨਹੀਂ ਹੁੰਦੀ। ਜੇ ਸਤ ਸੰਗਤ ਵਿੱਚ ਗੱਲ ਕੋਈ ਕਰਾਂਗੇ ਤਾਂ ਲੇਖਾ ਦੇਣਾ ਪਵੇਗਾ। ਇੱਕ ਤਾਂ ਆਪ ਤਾਂ ਕੁਝ ਕਰਨਾ ਨਹੀਂ ਤੇ ਦੂਜੇ ਦੇ ਸਵਾਦ ਵਿੱਚ ਵੀ ਵਿਘਨ ਪੈਂਦਾ ਹੈ। ਹਜੂਰ ਕਹਿੰਦੇ ਹਨ ਕਿ ਜੇ ਇਹ ਬੜੀ ਵੱਡੀ ਔਸ਼ਧੀ ਹੈ, ਜੇ ਇਸ ਤੇ ਆਪਾਂ ਅਮਲ ਕਰੀਏ ਤਾਂ ਜੀਵਨ ਦੀ ਕਲਿਆਣ ਹੋ ਜਾਵੇਗੀ। ਅਤੇ ਖਾਲਸਾ ਜੀ ਜੇ ਜਾਣੋਗੇ ਕਿ ਭਚੰਗੀ ਨੇ ਬਚਨ ਕਹੇ ਹਨ ਤਾਂ ਕੌੜੇ ਲੱਗਣਗੇ। ਹਜੂਰ ਕਹਿ ਰਹੇ ਹਨ, ਦੇਖ ਬਬੀਹੇ ਵਾਲੀ ਪ੍ਰੀਤ ਨਹੀਂ ਲੱਗੀ। ਸਤ ਸੰਗਤ ਵਿੱਚ ਬਗਲੇ ਤੇ ਜੋ ਕਾਂ ਹੁੰਦੇ ਹਨ ਉਹਨਾਂ ਤੋਂ ਬੈਠਿਆ ਵੀ ਨਹੀਂ ਜਾਂਦਾ। ਇੰਨਾ ਸਮਾਂ ਕਹਿੰਦੇ ਹਨ ਕਿਨੇ ਦੱਸ ਛੱਡਿਆ ਹੈ, ਘੰਟਾ ਹੋ ਗਿਆ ਬੈਠੇ ਹੋਏ ਹਾਂ, ਉਹੀ ਪ੍ਰੇਮ ਕਰੀ ਜਾਂਦਾ ਹੈ। ਅਤੇ ਖਾਲਸਾ ਜੀ ਪ੍ਰੇਮ ਨਹੀਂ ਲੱਗਦਾ। ਇਹ ਪ੍ਰੇਮ ਦੀ ਖਾਲਸਾ ਜੀ ਹਜੂਰ ਜਿਸ ਤਰ੍ਹਾਂ ਨਦੀ ਹੀ ਵਹਾ ਰਹੇ ਹਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿ ਰਹੇ ਹਨ, ਸਿਮਰ ਮਾਧੋ ਸਤ ਸੰਗਤ ਕਰਿਆ ਕਰ ਅਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰਿਆ ਕਰ। ਹੋਏ ਪਤਿਤ ਪੁਨੀਤ ਅਤੇ ਹੋਏ ਪਤਿਤ ਪੁਨੀਤ, ਜਿਸ ਕਰਕੇ ਤੂੰ ਬੜਾ ਪਤਿਤ ਹੁੰਦਾ ਹੈ, ਜੋ ਖਾਲਸਾ ਜੀ ਪਾਪਾਂ ਦੇ ਨਾਲ ਭਰਿਆ ਹੋਵੇ। ਅਕਾਲ ਪੁਰਖ ਵਾਹਿਗੁਰੂ ਦੀ ਜੇ ਸੰਗਤ ਕਰੀਏ ਪ੍ਰੇਮ ਨਾਲ, ਆ ਕੇ ਮਹਾਰਾਜ ਜੀਆਂ ਦੀ ਕਥਾ ਕੀਰਤਨ ਸੁਣੀਏ, ਨਾਲ ਨਾਲ ਗੁਪਤ ਰਸਨਾ ਦੇ ਨਾਲ ਜਾਪ ਅੰਦਰ ਹਿਰਦੇ ਦਾ ਵਸੇ ਅਤੇ ਖਾਲਸਾ ਜੀ ਹਿਰਦੇ ਤੇ ਉਪਦੇਸ਼ ਟਕਾਈਏ ਕਿ ਮਣਾ ਦੇਖ ਹਾਲਤ ਤਾਂ ਐਸੀ ਹੀ ਹੈ। ਅਤੇ ਖਾਲਸਾ ਜੀ ਜੇ ਸੰਗਤ ਵਿੱਚ ਆਉਂਦੇ ਹਨ, ਕਈ ਤਾਂ ਆਪਣਾ ਆਪ ਵਿਖਾਉਣ ਲਈ ਹੀ ਆਉਂਦੇ ਹਨ ਕਿ ਐਸੇ ਕੱਪੜੇ ਹੀ ਨਹੀਂ ਪਸੰਦ ਆਉਂਦੇ ਕਿ ਸਤ ਸੰਗਤ ਵਿੱਚ ਕੀ ਪਾ ਕੇ ਜਾਈਏ। ਹਜੂਰ ਦੇ ਖਾਲਸਾ ਜੀ ਸਤ ਸੰਗਤ ਵਿੱਚ ਆਈਏ ਤਾਂ ਸਿੰਪਲ, ਜਿਸ ਤਰ੍ਹਾਂ ਸਿੰਪਲ ਸਧਾਰਨ ਆਉਣਾ ਹੈ। ਕਈ ਵਾਰ ਖਾਲਸਾ ਜੀ ਇੱਥੇ ਆ ਕੇ ਕਈ ਝਗੜਿਆਂ ਦਾ ਹੀ ਕਾਰਨ ਬਣ ਜਾਂਦੇ ਹਨ। ਸਤ ਸੰਗਤ ਵਿੱਚ ਹਜੂਰ ਕਹਿੰਦੇ ਹਨ, ਕਰ ਸਾਧ ਸੰਗਤ ਸਿਮਰ ਮਾਧੋ। ਸਿਮਰਨਾ ਤਾਂ ਅਕਾਲ ਪੁਰਖ ਵਾਹਿਗੁਰੂ ਨੂੰ ਸੀ, ਜਿੱਥੇ ਆ ਕੇ ਵੀ ਲੜਾਈਆਂ ਉਹੀ ਝਗੜੇ। ਸਤ ਸੰਗਤ ਤਾਂ ਮੇਲ ਦਾ ਭਾਵ ਅਕਾਲ ਪੁਰਖ ਵਾਹਿਗੁਰੂ ਦੇ ਦਾ ਮਿਲਣ ਦਾ ਪ੍ਰੇਮ ਦਾ ਸਾਧਨ ਹੈ। ਜੇ ਇੱਥੇ ਹੀ ਖਾਲਸਾ ਜੀ ਜੇ ਆਪਾਂ ਉਸੇ ਤਰ੍ਹਾਂ ਆਈਏ, ਭਾਵ ਕਈ ਵਾਰ ਜਿਸ ਤਰ੍ਹਾਂ ਜ਼ਿਕਰ ਆ ਰਿਹਾ ਸੀ ਪਿੱਛੇ ਕਿ ਆਪਣਾ ਆਪ ਹੀ ਵਿਖਾਉਣ ਆਉਂਦੇ ਹਨ, ਖਾਲਸਾ ਜੀ ਕੁਝ ਨਹੀਂ ਪ੍ਰਾਪਤ ਹੋਵੇਗਾ। ਜੇ ਹਜੂਰ ਦਾ ਉਪਦੇਸ਼ ਢਾਲੀਏ, ਸਾਧ ਸੰਗਤ ਕਰਿਆ ਕਰੀਏ, ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰੀਏ। ਦੇਖ ਕਈ ਕਹਿੰਦੇ ਹਨ ਬੜੇ ਪਾਪ ਕੀਤੇ ਹਨ, ਸਾਡਾ ਹਜੂਰ ਭਲਾ ਹੋ ਸਕਦਾ ਹੈ? ਹਜੂਰ ਕਹਿੰਦੇ ਹਨ, ਹਾਂਜੀ ਗੁਰਸਿੱਖਾ, ਹੋਏ ਪਤਿਤ ਪੁਨੀਤ, ਵੱਡੇ ਵੱਡੇ ਪਾਪੀਆਂ ਨੂੰ ਮੇਰੇ ਅਕਾਲ ਪੁਰਖ ਵਾਹਿਗੁਰੂ ਨੇ ਤਾਰ ਛੱਡਿਆ ਹੈ। ਕਾਲ ਬਿਆਲ ਜਿਉ ਪਰਿਓ ਡੋਲੇ। ਅਤੇ ਕਾਲ ਭਾਵ ਜਿਸ ਤਰ੍ਹਾਂ ਖਾਲਸਾ ਜੀ ਬਿਆਲ ਜੋ ਪਰਿਓ ਡੋਲੇ, ਜਿਸ ਤਰ੍ਹਾਂ ਕਹਿੰਦੇ ਹਨ ਕਾਲ ਮਿਰਤ ਹਸੈ ਸਿਰ ਉਪਰੈ ਪਸੂਆ ਨਹੀਂ ਬੂਝੈ। ਜਿਸ ਤਰ੍ਹਾਂ ਮੌਤ ਨੇ ਤਾਂ ਸਿਰ ਦੇ ਉੱਪਰ ਆ ਕੇ ਕੇਸ ਪਕੜ ਲਏ ਹਨ, ਪਰ ਪਸ਼ੂ ਨੂੰ ਪਤਾ ਹੀ ਨਹੀਂ ਲੱਗਦਾ।
ਕਹਿੰਦਾ ਮੈਂ ਚਿਰੰਜੀਵੀ ਹਾਂ, ਇਹ ਬ੍ਰਹਮੇ ਨੇ ਮੇਰੇ ਵਰਗਾ ਤਾਂ ਕੋਈ ਸਿਰਜਿਆ ਹੀ ਨਹੀਂ ਹੈ, ਮੈਂ ਲੱਗ ਹੀ ਹਾਂ, ਅੱਖਾਂ ਦੇ ਸਾਹਮਣੇ ਦੇਖਦਾ ਹੈ, ਸਭ ਉੱਠ ਉੱਠ ਕੇ ਜਾ ਰਹੇ ਹਨ, ਕਹਿੰਦਾ ਹੈ ਮੈਂ ਸਦਾ ਰਹਿਣਾ ਹੈ। ਹਜੂਰ ਕਹਿੰਦੇ ਹਨ ਕਾਲ ਬਿਆਲ ਜੋ ਪਰਿਓ ਡੋਲੈ, ਮੁਖ ਪਸਾਰੈ ਮੀਤ, ਦੇਖ ਸੱਪ ਜਿਸ ਤਰ੍ਹਾਂ ਮੂੰਹ ਅੱਡ ਕੇ ਖੜਾ ਹੈ, ਅਤੇ ਮਿਰਤ ਹਸੈ ਸਿਰ ਉਪਰੈ, ਪਸੂਆ ਨਹੀਂ ਬੂਝੈ। ਬੇਅੰਤ ਸਾਖੀਆਂ ਆਉਂਦੀਆਂ ਹਨ ਜਿਨ੍ਹਾਂ ਨੂੰ ਘਣੇ ਚਤੁਰ ਮੰਨਿਆ ਜਾਂਦਾ ਸੀ। ਜਿਸ ਤਰ੍ਹਾਂ ਖਾਲਸਾ ਜੀ ਫਲਾਤੂ ਆਦਿਕ ਜਿਹੜੇ ਹੋਏ ਹਨ, ਜਿਹੜੇ ਆਪਣੇ ਵਰਗੇ ਹੀ ਸਰੀਰ ਬਣਾ ਲੈਂਦੇ ਸਨ, ਜਦੋਂ ਪਤਾ ਲੱਗਾ ਮੇਰੀ ਮੌਤ ਆਉਣੀ ਹੈ, ਉਹਨੇ ਕਈ ਆਪਦੇ ਵਰਗੇ ਸਰੀਰ ਬਣਾ ਲਏ। ਅਤੇ ਖਾਲਸਾ ਜੀ ਜਦੋਂ ਮੌਤ ਨੇ ਆਖਿਆ, ਜਦੋਂ ਮੌਤ ਸਿਰ ਤੇ ਆਈ, ਕਿਉਂਕਿ ਬੰਦੇ ਵਿੱਚ ਅਹੰਕਾਰ ਵੀ ਹੁੰਦਾ ਹੈ, ਉਹ ਆ ਕੇ ਕਮੀਆਂ ਕੱਢਣ ਲੱਗ ਪਈ, ਇਹਦੇ ਵਿੱਚ ਆਹ ਕਮੀ ਹੈ, ਆਹ ਬੁੱਤ ਵਿੱਚ ਆਹ ਕਮੀ ਹੈ। ਉਥੋਂ ਫਲਾਤੂ ਬੋਲ ਉੱਠਿਆ ਕਿ ਐਦਾਂ ਕਿਵੇਂ ਕਮੀ ਹੋ ਸਕਦੀ ਹੈ ਮੇਰੇ ਬਣਾਏ ਵਿੱਚ। ਉਦੋਂ ਹੀ ਮੌਤ ਦੇ ਦੇਵਤੇ ਲੈ ਗਏ ਉਸ ਨੂੰ ਚੱਕ ਕੇ। ਹਜੂਰ ਕਹਿੰਦੇ ਹਨ ਜੋ ਕਾਲ ਹੈ, ਦੇਖ ਤੇਰੇ ਸਿਰ ਤੇ ਆ ਪਸਰਿਆ ਹੈ, ਤੈਨੂੰ ਪਤਾ ਹੀ ਨਹੀਂ ਲੱਗਦਾ। ਤੂੰ ਕਹਿੰਦਾ ਹੈ ਮੈਂ ਲੱਗਦਾ ਜਿਵੇਂ ਸਦਾ ਹੀ ਜੀਣਾ ਹੈ। ਹਜੂਰ ਕਹਿੰਦੇ ਹਨ ਸੱਪ ਦੀ ਨਿਆਈ ਮੂੰਹ ਅੱਡੀ ਖੜਾ ਹੈ। ਮੁਖ ਪਸਾਰੇ ਮੀਤ, ਮੁਖ ਪਸਾਰੈ ਭਾਵ ਦਿਨ ਤੇ ਪਹਿਰ, ਪਹਿਰ ਤੇ ਘੜੀਆ, ਆਵ ਘਟੈ ਤਨ ਛੀਜੈ, ਭਾਵ ਦਿਨਾਂ ਦੀ ਸੰਖਿਆ ਨਾਲ ਦਿਨ ਵੀ ਬਹੁਤ ਦੂਰ ਕਹਿ ਦਿੱਤੇ। ਸਾਧ ਸੰਗਤ ਜੀ ਅਗਲੇ ਪਲ ਦਾ ਹੀ ਨਹੀਂ ਪਤਾ, ਇੱਥੇ ਬੈਠੇ ਬੈਠੇ ਹੀ ਕਦੋਂ ਹਜੂਰ ਪ੍ਰਾਣ ਖਿੱਚ ਲੈਣ, ਕਿਉਂਕਿ ਹਰ ਕੀ ਗਤ ਨਾ ਕੋਊ ਜਾਣੈ। ਅਕਾਲ ਪੁਰਖ ਵਾਹਿਗੁਰੂ ਦੀ ਗਤ ਮਰਿਆਦਾ ਨੂੰ ਕੋਈ ਨਹੀਂ ਜਾਣ ਸਕਦਾ। ਰੀਤੇ ਭਰੇ ਭਰੇ ਸਖਨਾਵੈ, ਇਹ ਤਾ ਕੋ ਵਿਵਹਾਰੈ। ਜੋ ਸਟੇਜਾਂ ਤੇ ਬਹਿ ਬਹਿ ਕੇ ਕਈ ਰਾ ਬਚਨ ਤਾਂ ਬਹੁਤ ਕਹਿ ਦਿੰਦੇ ਹਨ, ਐ ਬੈਠਣਾ ਚਾਹੀਦਾ ਹੈ। ਅਕਾਲ ਪੁਰਖ ਦੀ ਵਾਹਿਗੁਰੂ ਦੀ ਜੇ ਨਿਗਾਹ ਨਾ ਹੋਵੇ ਤਾਂ ਰੀਤੇ ਭਰੇ ਜੋ ਖਾਲੀ ਹਿਰਦੇ ਸਤ ਸੰਗਤ ਵਿੱਚ ਆਉਂਦੇ ਹਨ, ਹਜੂਰ ਉਹਨਾਂ ਨੂੰ ਭਰ ਦਿੰਦੇ ਹਨ। ਭਰੇ ਸਖਨਾਵੇ ਜੋ ਬੜਾ ਬੜਾ ਬ੍ਰਹਮ ਗਿਆਨ ਰੋੜਦੇ ਹਨ, ਉਹਨਾਂ ਨੂੰ ਸਖਣੇ ਕਰਕੇ ਸੁੱਟ ਦਿੰਦੇ ਹਨ। ਇਸੇ ਤਰ੍ਹਾਂ ਕਦੋਂ ਵੀ ਮੌਤ ਆ ਜਾਵੇ, ਮਿਰਤ ਹਸੈ ਸਿਰ ਉਪਰੈ। ਅਤੇ ਖਾਲਸਾ ਜੀ ਜਿਸ ਤਰ੍ਹਾਂ ਕੱਲ ਬਚਨ ਆ ਰਹੇ ਸੀ, ਵੈਦ ਕਹੈ ਹਉ ਹੀ ਭਲਾ ਦਾਰੂ ਮੇਰਾ ਵਸ, ਭਾਵ ਜਿਸ ਤਰ੍ਹਾਂ ਨਵਜਾਂ ਹੁੰਦੀਆਂ ਹਨ, ਡਾਕਟਰਾਂ ਦੇ ਹੱਥਾਂ ਵਿੱਚ ਹੀ ਫੜੀਆਂ ਰਹਿ ਜਾਂਦੀਆਂ ਹਨ। ਹਜੂਰ ਕਹਿੰਦੇ ਹਨ ਦੇਖ ਕਾਲ ਤੇਰੇ ਸਿਰ ਤੇ ਪਹਿਲਾਂ ਪਾਉਂਦਾ ਹੈ। ਆਜ ਕਾਲ ਫੁਨ ਤੋਹੇ ਗਰਸ ਹੈ, ਅੱਜ ਜਾਂ ਕੱਲ ਦੇਖ। ਅਤੇ ਖਾਲਸਾ ਜੀ ਕਹਿੰਦੇ ਹਨ ਹਜੂਰ ਜਾਂ ਆਜ ਕਾਲ ਫੁਨ ਤੋਹੇ ਗਰਸ ਹੈ। ਜਿਸ ਤਰ੍ਹਾਂ ਖਾਲਸਾ ਜੀ ਜ਼ਿਕਰ ਆਉਂਦਾ ਹੈ ਭਗਤ ਨਾਮਦੇਵ ਜੀ, ਜਿਸ ਸਮੇਂ ਭਗਤ ਨਾਮਦੇਵ ਜੀ ਜਿਸ ਤਰ੍ਹਾਂ ਖਾਲਸਾ ਜੀ ਆਪਣੀ ਮਾਤਾ ਜੀਆਂ ਦੇ ਨਾਲ ਜਿਸ ਤਰ੍ਹਾਂ ਤੀਰਥ ਯਾਤਰਾ ਕਰਨ ਜਾਂਦੇ ਹਨ, ਪਿੱਛੋਂ ਇੱਕ ਧਨਾੜ ਸ਼ਾਹੂਕਾਰ ਸੀ ਜੋ ਉਹ ਉਸ ਦੀ ਜੱਕੀ ਦੇਖਦਾ ਹੈ। ਜਿਸ ਸਮੇਂ ਆਪਣੀ ਹਵੇਲੀ ਵਲਣ ਲੱਗਦਾ ਹੈ ਕਿ ਭਗਤ ਨਾਮਦੇਵ ਜੀ ਦੀ ਝੌਂਪੜੀ ਵਿੱਚ ਆਉਂਦੀ ਹੈ, ਉਹ ਸੋਚਦਾ ਹੈ ਕਿ ਜੇ ਮੈਂ ਝੌਂਪੜੀ ਪਰਾਂ ਸਟਾ ਦੇਵਾਂ, 4 ਕੋਨਿਆਂ ਵਾਲਾ ਮੇਰੀ ਸੋਹਣੀ ਗੁੱਠ ਬਣੇਗੀ ਤੇ ਘਰ ਸੋਹਣਾ ਲੱਗੇਗਾ। ਜਿਸ ਸਮੇਂ ਭਗਤ ਨਾਮਦੇਵ ਜੀ ਵਾਪਸ ਆਉਂਦੇ ਹਨ ਤਾਂ ਪੁੱਛਦੇ ਹਨ ਕਿਸੇ ਨੂੰ ਕਿ ਇੱਥੇ ਤਾਂ ਸਾਡੀ ਝੌਂਪੜੀ ਸੀ, ਅਤੇ ਕਹਿੰਦੇ ਹਨ ਉਹ ਅੱਗੋਂ ਭਗਤ ਜੀਆਂ ਨੂੰ ਕਿ ਭਗਤ ਜੀ ਇਹ ਹੰਕਾਰੀ ਸ਼ਾਹੂਕਾਰ ਨੇ ਤੁਹਾਡੀ ਝੌਂਪੜੀ ਚੱਕ ਕੇ ਕੂੜੇ ਕਰਕਟ ਵਾਲੇ ਸਥਾਨ ਤੇ ਉੱਥੇ ਰੱਖ ਦਿੱਤੀ ਹੈ। ਤਾਂ ਸ਼ਾਹੂਕਾਰ ਹੰਕਾਰ ਦਾ ਮਾਰਿਆ ਮਨ ਵਿੱਚ ਸੋਚਦਾ ਸੀ ਕੀ ਹੈ, ਇੱਕ ਗਰੀਬ ਜਿਹਾ ਬੰਦਾ ਹੈ, ਮੈਂ ਜੇ ਖਾਲ ਕਹੂਗਾ ਬਹੁਤਾ ਤਾਂ ਇਹਨੂੰ ਪੈਸੇ ਦੇ ਦੇਵਾਂਗਾ। ਅਤੇ ਖਾਲਸਾ ਜੀ ਜਦੋਂ ਭਗਤ ਨਾਮਦੇਵ ਜੀ ਉਹਦੇ ਪਾਸ ਜਾਂਦੇ ਹਨ, ਬੜੇ ਹੰਕਾਰ ਦੇ ਸਹਿਤ ਬੋਲਦਾ ਹੈ। ਭਗਤ ਨਾਮਦੇਵ ਜੀ ਜਦੋਂ ਦਾ ਮਸਤਕ ਦੇਖਦੇ ਹਨ, ਕਿਉਂਕਿ ਭਗਤ ਹਨ ਅਕਾਲ ਪੁਰਖ ਵਾਹਿਗੁਰੂ ਦੇ, 3 ਕਾਲ ਦਰਸ਼ੀ ਹਨ, ਕੀ ਦੇਖਦੇ ਹਨ ਸ਼ਾਹੂਕਾਰ ਦੀ ਉਮਰ ਬਹੁਤ ਥੋੜੀ ਰਹਿ ਗਈ ਹੈ। ਉਸ ਸਮੇਂ ਗੁਰਬਾਣੀ ਵਿੱਚ ਜਿਸ ਤਰ੍ਹਾਂ ਬਚਨ ਉਚਾਰਦੇ ਹਨ, ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ, ਭਾਵ ਕਿ ਇੰਨੀ ਡੂੰਘੀ ਕਰਕੇ ਬੰਦਾ ਜਿਸ ਸਮੇਂ ਘਰ ਦੀ ਨੀਂਵ ਰਖਾਉਂਦਾ ਹੈ, ਕਹਿੰਦਾ ਹੈ ਪਤਾਲ ਤੱਕ ਨੀਆਂ ਧੱਕ ਦਿੱਤੀਆਂ ਜਾਣ, ਮੇਰੀ ਕੋਠੀ ਜੁੱਗਾ ਜੁੱਗਾ ਤਿੱਕਰ ਰਹਿਣੀ ਹੈ। ਤਾਂ ਕਹਿੰਦੇ ਹਨ ਜਿਸ ਤਰ੍ਹਾਂ ਸ਼ਾਹੂਕਾਰ ਨੂੰ ਭਗਤ ਨਾਮਦੇਵ ਜੀ ਗਹਿਰੀ ਕਰਕੇ ਨੀਂਵ ਖੁਦਾਈ ਉੱਪਰ ਮੰਡਪ ਛਾਏ, ਉੱਤੇ ਬੜੇ ਸੋਹਣੇ ਗੁਮਟ ਬਣਾਏ ਨੇ ਸ਼ਾਹੂਕਾਰਾ, ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣ ਧਰ ਮੂੰਡ ਬੁਲਾਏ, ਭਾਵ ਮਾਰਕੰਡੇ ਆਦਿਕ ਰਿਸ਼ੀ ਹੋਏ ਹਨ, ਉਹਨਾਂ ਵੱਲ ਦੇਖ। ਕਿਉਂਕਿ ਮਾਰਕੰਡੇ ਵਰਗੇ ਰਿਸ਼ੀ ਜਿਨ੍ਹਾਂ ਦੀ ਉਮਰ ਲੱਖਾਂ ਸਾਲ ਹੋਈ ਹੈ, ਉਹਨਾਂ ਨੇ ਵੀ ਜਦੋਂ ਖਾਲਸਾ ਜੀ ਗਰਮੀ ਜਾਂ ਸਰਦੀ ਹੁੰਦੀ ਸੀ ਤਾਂ ਸੀਸ ਤੇ ਕੱਖ ਰੱਖ ਕੇ ਅਤੇ ਧੁੱਪੇ ਬਹਿ ਬਹਿ ਕੇ ਉਹਨਾਂ ਨੇ ਭਗਤੀ ਕੀਤੀ ਅਕਾਲ ਪੁਰਖ ਵਾਹਿਗੁਰੂ ਦੀ।
ਤਾਂ ਖਾਲਸਾ ਜੀ ਉਸ ਸਮੇਂ ਜਦੋਂ ਭਗਤ ਨਾਮਦੇਵ ਜੀ ਨੇ ਇਹ ਕਿਹਾ ਤਾਂ ਉਹ ਹੰਕਾਰੀ ਸ਼ਾਹੂਕਾਰ ਕਹਿੰਦਾ ਜਾ ਜਿਹਨੂੰ ਮਰਜ਼ੀ ਬੁਲਾ ਲਾ, ਮੈਂ ਤੇਰੀ ਗੱਲ ਨਹੀਂ ਸੁਣਦਾ। ਤਾਂ ਉਸ ਸਮੇਂ ਭਗਤ ਨਾਮ ਜੀ ਕਹਿੰਦੇ ਹਨ ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਹੇ ਝੂਠੀ ਦੇਹੀ। ਕਹਿੰਦੇ ਹਨ ਮੈਂ ਤਾਂ ਅਕਾਲ ਪੁਰਖ ਵਾਹਿਗੁਰੂ ਤੇ ਹੀ ਭਰੋਸਾ ਰੱਖਦਾ ਹਾਂ, ਤੈਨੂੰ ਕੀ ਕਹਿਣਾ ਹੈ? ਇਹ ਦੇਹੀ ਦਾ ਕੀ ਮਾਣ ਹੋਇਆ ਕਰਦਾ ਹੈ? ਇਹ ਤਾਂ ਦੇਹਾਂ ਬਿਨ ਸਜਾਣ ਵਾਲੀਆਂ ਹਨ, ਇੱਥੇ ਨਹੀਂ ਤੇ ਕੱਲ ਨੂੰ ਬਿਨ ਸਜਾਏਗੀ। ਜੋ ਸੰਸਾਰ ਦੇ ਰਿਸ਼ਤੇਦਾਰ ਹਨ, ਘਰ ਦੇ ਹਨ, ਇੱਕ ਰਾਹਗੀਰ ਦੀ ਨਿਆਈ ਹਨ, ਚਾਹੇ ਪਹਿਲਾਂ ਵਿਛੜ ਜਾਣ, ਚਾਹੇ 50 ਕੋਹ ਤੇ ਜਾ ਕੇ ਵਿਛੜ ਜਾਣ, ਇੱਕ ਦਿਨ ਸਭ ਨੇ ਵਿਛੜ ਜਾਣਾ ਹੈ। ਅਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਰਿਸ਼ਤੇਦਾਰ ਮੁਸਾਫਰਖਾਨੇ ਦੀ ਨਿਆਈ ਇਹ ਸੰਸਾਰ ਹੈ, ਮਹਾਰਾਜ ਜੀ ਕਹਿੰਦੇ ਹਨ ਆਜ ਕਾਲ ਫੁਨ ਤੋਹੇ ਗਰਸ ਹੈ, ਸਮਝ ਰਾਖੋ ਚੀਤ। ਆਪਣੇ ਹਿਰਦੇ ਦੇ ਵਿੱਚ ਤੂੰ ਇਹ ਵਿਚਾਰ ਰੱਖਿਆ ਕਰ। ਹਜੂਰ ਵਿਚਾਰ ਕਿਉਂ ਰੱਖਿਆ ਕਰੀਏ? ਕਿਉਂਕਿ ਖਾਲਸਾ ਜੀ ਜੇ ਐਸੇ ਹਜੂਰ ਦੇ ਉਪਦੇਸ਼ ਬਰਾਗਮਈ ਗੁਰਸਿੱਖ ਹਿਰਦੇ ਤੇ ਢਾਲਦੇ ਹਨ, ਕਹਿੰਦੇ ਹਨ ਸੰਸਾਰ ਤਾਂ ਨਾਸ਼ਵੰਤ ਹੈ, ਅਤੇ ਕਹਿੰਦੇ ਹਨ ਫਿਰ ਇਹ ਜਾਣ ਕੇ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਵਿੱਚ ਲੱਗ ਜਾਂਦੇ ਹਨ। ਕਹੈ ਨਾਨਕ RAM ਭਜ ਲੈ, ਅਕਾਲ ਪੁਰਖ ਵਾਹਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿੱਦਾਂ ਅਖੀਰਲੀਆਂ ਪੰਕਤੀਆਂ ਵਿੱਚ ਕਹਿੰਦੇ ਹਨ RAM ਦਾ ਭਜਨ ਕਰਿਆ ਕਰ, ਜਾਤ ਅਵਸਰ ਬੀਤ। ਦੇਖ ਇਹ ਅਵਸਰ ਬੀਤਦਾ ਜਾ ਰਿਹਾ ਹੈ, ਤੈਨੂੰ ਲੱਗਦਾ ਹੈ ਬਾਗ ਸਦਾ ਹੀ ਖਿੜੇ ਰਹਿਣੇ ਹਨ, ਸਦਾ ਜਵਾਨੀਆਂ ਰਹਿਣੀਆਂ ਹਨ। ਨਹੀਂ, ਦੇਖ ਜੇ ਤੇਰੇ ਪਾਸ ਜਵਾਨੀ ਹੈ ਤਾਂ ਵੱਧ ਤੇਰਾ ਚੌਂਕੜਾ ਲੱਗ ਸਕਦਾ ਹੈ, ਵੱਧ ਨਾਮ ਜਪ ਸਕਦਾ ਹੈ। ਅਕਾਲ ਪੁਰਖ ਵਾਹਿਗੁਰੂ ਦੀ ਖਾਲਸਾ ਜੀ ਭਜਨ ਬੰਦਗੀ ਦਾ ਉਪਦੇਸ਼ ਹਜੂਰ ਦਿੰਦੇ ਹਨ। ਜਿਸ ਤਰ੍ਹਾਂ ਹਜੂਰ ਅੱਗੇ ਕਿਰਪਾ ਕਰਨ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ। ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਜਿਸ ਤਰ੍ਹਾਂ ਅਰਦਾਸ ਕਰੀਏ, ਮਹਾਰਾਜ ਜੀ ਜਿੰਨੇ ਸਮੁੰਦਰ ਤੇ ਸਾਗਰ ਭਰੇ ਹੋਏ ਹਨ, ਮਹਾਰਾਜ ਜੀ ਤੇਤੇ ਔਗਣ ਹਮਾਰੇ, ਉਸ ਤੋਂ ਵੀ ਕਈ ਜ਼ਿਆਦਾ ਸਾਡੇ ਵਿੱਚ ਔਗਣ ਹਨ, ਦਇਆ ਕਰੋ ਕਿਛ। ਮਹਾਰਾਜ ਜੀ ਥੋੜੀ ਜਿੰਨੀ ਮਿਹਰ ਪਾਵੋ, ਜੇ ਤੁਸੀਂ ਥੋੜੀ ਜਿੰਨੀ ਵੀ ਮਿਹਰ ਕਰ ਦਿੱਤੀ ਸਾਡੇ ਗਰੀਬਾਂ ਦਾ ਭਲਾ ਹੋ ਜਾਵੇਗਾ। ਤੁਸੀਂ ਤਾਂ ਹਜੂਰ ਡੁੱਬਦੇ ਪੱਥਰ ਤਾਰ ਛੱਡੇ ਹਨ, ਸਾਨੂੰ ਵੀ ਪੱਥਰਾਂ ਦੀ ਨਿਆਈ ਜਾਣੋ, ਅਸੀਂ ਵੀ ਡੁੱਬਦੇ ਜਾ ਰਹੇ ਹਾਂ। ਹਜੂਰ ਕਿਰਪਾ ਕਰੋ ਸਾਡੇ ਵੀ ਹਿਰਦੇ ਤੇ RAM ਦਾ ਨਾਮ ਲਿਖ ਕੇ ਸਾਨੂੰ ਵੀ ਤਾਰ ਦੇਵੋ। ਹਜੂਰ ਕਿਰਪਾ ਕਰਨ, ਹਜੂਰ ਦਾ ਬਰਾਗਮਈ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਜਿਸ ਤਰ੍ਹਾਂ ਅੱਗੇ ਹਜੂਰ ਕਿਰਪਾ ਕਰਨਗੇ, ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਜਿਨ੍ਹਾਂ ਨੂੰ ਪ੍ਰੇਮ ਲੱਗ ਜਾਂਦਾ ਹੈ, ਫਿਰ ਇਹ ਹਜੂਰ ਦੇ ਬਚਨਾਂ ਦਾ ਤੀਰ ਉਹਨਾਂ ਦੀ ਛਾਤੀ ਵਿੰਨ ਕੇ ਪਾਰ ਹੋ ਜਾਂਦਾ ਹੈ। ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕਹਿ ਜਾਣੈ ਪੀਰ ਪਰਈਆ। ਫਿਰ ਤਾਂ ਖਾਲਸਾ ਜੀ ਉਹਨਾਂ ਜਗਿਆਸੂਆਂ ਦੀ ਹਾਲਤ ਉਹੀ ਜਾਣ ਸਕਦੇ ਹਨ ਜਾਂ ਅਕਾਲ ਪੁਰਖ ਵਾਹਿਗੁਰੂ, ਹੋਰ ਕੋਈ ਉਹਨਾਂ ਨੂੰ ਪੀੜ ਨੂੰ ਨਹੀਂ ਜਾਣ ਸਕਦਾ ਕਿ ਕਥਾ ਕੀਰਤਨ ਸੁਣਨ ਵਿੱਚ ਉਹਨਾਂ ਦੇ ਕਿੱਦਾਂ ਤੀਰ ਵੱਜਦੇ ਹਨ ਹਿਰਦੇ ਦੇ ਵਿੱਚ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਮਹਾਰਾਜ ਜੀ ਸਾਨੂੰ ਵੀ ਆਸ ਲੱਗ ਗਈ ਹੈ ਆਪ ਜੀਆਂ ਦੇ ਦਰਸ਼ਨ ਦਿਦਾਰਿਆਂ ਦੀ। ਹਜੂਰ ਕਿਰਪਾ ਕਰਨ, ਹਜੂਰ ਦਾ ਉਪਦੇਸ਼ ਹਿਰਦੇ ਵਿੱਚ ਵਸੇ। ਜਿਸ ਤਰ੍ਹਾਂ ਅੱਗੇ ਹਜੂਰ ਦੇ ਸੋਰਠ ਰਾਗ ਵਿੱਚ ਹੋਰ ਜਿਸ ਤਰ੍ਹਾਂ ਸ਼ਬਦ ਆਉਣਗੇ, ਮਹਾਰਾਜ ਜੀ ਕਿਰਪਾ ਕਰਨ ਤਾਂ ਆਪਾਂ ਆਉਣ ਵਾਲੇ ਦੀਵਾਨਾਂ ਵਿੱਚ ਸ਼ਰਵਣ ਕਰਾਂਗੇ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਆਜ ਕਾਲ ਫੁਨ ਤੋਹੇ ਗਰਸ ਹੈ, ਸਮਝ ਰਾਖੋ ਚੀਤ। ਕਹੈ ਨਾਨਕ RAM ਭਜ ਲੈ, ਜਾਤ ਅਵਸਰ ਬੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਹਜੂਰ ਦੀ ਅਪਾਰ ਕਿਰਪਾ ਦਾ ਸਦਕਾ ਆਪ